ਮਾਨ ਜੋ ਗੁਰੂ ਪਿਆਰਿਓ, ਗੁਰੂ ਫਤਿਹ ਦੀ ਸਾਂਝ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਮਿਸ਼ਨਰੀ ਕਾਲਜ ਵੱਲੋਂ ਰੋਜ਼ਾਨਾ ਕਲਾਸ ਐਸਐਮਸੀ ਗੁਰਮਤਿ ਕਲਾਸ USA ਵਿੱਚ ਆਪ ਸਾਰਿਆਂ ਨੂੰ ਜੀ ਆਇਆਂ, ਸਾਰਿਆਂ ਦਾ ਸਵਾਗਤ ਹੈ। ਅੱਜ ਅਸੀਂ ਇੱਕ ਬਹੁਤ ਹੀ ਅਹਿਮ ਵਿਸ਼ੇ ਦੀ ਵਿਚਾਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅੰਦਰ ਜੋ ਗੁਰਬਾਣੀ ਦਰਜ ਹੈ, ਉਹਦੀਆਂ ਵਿਆਖਿਆ ਪ੍ਰਣਾਲੀਆਂ ਕਿਹੜੀਆਂ ਹਨ, ਹੁਣ ਤੱਕ ਕਿੰਨੀਆਂ ਵਿਆਖਿਆ ਪ੍ਰਣਾਲੀਆਂ ਸਾਡੇ ਕੋਲ ਆਈਆਂ, ਔਰ ਇਹਨਾਂ ਵਿਆਖਿਆ ਪ੍ਰਣਾਲੀਆਂ ਦੇ ਵਿੱਚ ਕਿਸ ਤਰ੍ਹਾਂ ਵਿਆਖਿਆ ਹੁੰਦੀ ਰਹੀ ਗੁਰਬਾਣੀ ਦੀ। ਇਹ ਸਾਰੀ ਵਿਚਾਰ ਸਾਡੇ ਨਾਲ ਸਾਂਝੀ ਕਰਨਗੇ ਵੀਰ ਫੂਲਾ ਸਿੰਘ ਜੀ। ਮੈਂ ਉਹਨਾਂ ਨੂੰ ਬੇਨਤੀ ਕਰਦਾ ਹਾਂ ਕਿ ਅੱਜ ਦੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਰਜ ਗੁਰਬਾਣੀ ਦੀਆਂ ਵਿਆਖਿਆ ਪ੍ਰਣਾਲੀਆਂ ਦੇ ਵਿਸ਼ੇ ਦੇ ਉੱਤੇ ਸਾਡਾ ਵਿਚਾਰ ਸਾਂਝੇ ਕਰਨ। ਵਿਚਾਰ ਸ਼ੁਰੂ ਕਰਨ ਤੋਂ ਪਹਿਲਾਂ ਮੂਲ ਮੰਤਰ ਦਾ ਪਾਠ ਆਪ ਜੀ ਕਰ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਏਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਵਿਆਖਿਆ ਦਾ ਵਿਸ਼ਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਵਿਆਖਿਆ ਪ੍ਰਣਾਲੀਆਂ। ਗੁਰਬਾਣੀ ਦੇ ਅਵੇਸ਼ ਤੋਂ ਲੈ ਕੇ ਹੁਣ ਤੱਕ ਲਗਭਗ 8 ਵਿਆਖਿਆ ਪ੍ਰਣਾਲੀਆਂ ਕੰਮ ਕਰ ਚੁੱਕੀਆਂ ਹਨ। ਗੁਰਮਤਿ ਮਾਰਗ ਜਾਂ ਗੁਰਮਤਿ ਸਾਧਨਾ ਬਾਰੇ ਇਹ ਪ੍ਰਣਾਲੀਆਂ ਵਧੇਰੇ ਚੇਤੰਨ ਸਨ ਅਤੇ ਇਹਨਾਂ ਨੇ ਬ੍ਰਾਹਮਣੀ, ਹਿੰਦੂ ਤੇ ਸ਼ੈਵ ਮਾਰਗਾਂ ਨਾਲੋਂ ਗੁਰਮਤਿ ਦੀ ਭਿੰਨਤਾ ਦ੍ਰਿੜ ਕੀਤੀ ਹੈ। ਗੁਰਬਾਣੀ ਵਿਆਖਿਆਕਾਰੀ ਦਾ ਕਾਰਜ ਉਦਾਸੀਆਂ ਦੇ ਡੇਰਿਆਂ, ਨਿਰਮਲਿਆਂ ਦੇ ਅਖਾੜਿਆਂ ਤੇ ਗਿਆਨੀਆਂ ਦੇ ਬੁੰਗਿਆਂ ਵਿੱਚ ਹੁੰਦਾ ਰਿਹਾ ਹੈ। ਫਰੀਦਕੋਟੀ ਟੀਕੇ ਦੇ ਉਪਰਾਲੇ ਨਾਲ ਨਵੀਂ ਲੀਹ ਪਾਈ ਗਈ। ਇਹ ਟੀਕਾ ਗਿਆਨੀ ਬਦਨ ਸਿੰਘ ਸੇਖਵਾਂ ਨੇ 1877 ਵਿੱਚ ਸ਼ੁਰੂ ਕਰਕੇ 1883 ਵਿੱਚ ਸਮਾਪਤ ਕੀਤਾ। ਇਹ ਟੀਕਾ ਇੱਕ ਜਰਮਨ ਮਿਸ਼ਨਰੀ ਡਾਕਟਰ ਈ ਟਰੰਪ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਰੇਜ਼ੀ ਅਨੁਵਾਦ ਦੇ ਵਿਰੁੱਧ ਲਿਖਿਆ ਗਿਆ। ਡਾਕਟਰ ਟਰੰਪ ਦੀ ਲਿਖੀ ਭੂਮਿਕਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੋਲੀ ਅਤੇ ਵਿਆਕਰਨ ਦੇ ਪੱਖੋਂ ਬੜੀ ਵਡਮੁੱਲੀ ਸੀ, ਪਰ ਉਹ ਸ਼ਰਧਾ ਭਾਵਨਾ ਤੇ ਰਹੱਸਵਾਦੀ ਅਧਿਆਤਮਕ ਅਨੁਭਵ ਤੋਂ ਸੱਖਣੀ ਸੀ। ਪੱਛਮੀ ਵਿਦਿਆ ਦੇ ਆਉਣ ਨਾਲ ਲਗਭਗ ਡੇਰਿਆਂ, ਅਖਾੜਿਆਂ ਤੇ ਬੁੰਗਿਆਂ ਨੇ ਗੁਰਬਾਣੀ ਦੀ ਵਿਆਖਿਆਕਾਰੀ ਦਾ ਕੰਮ ਬੰਦ ਕਰ ਦਿੱਤਾ ਅਤੇ ਸਕੂਲਾਂ ਤੇ ਕਾਲਜਾਂ ਦੇ ਅਧਿਆਪਕਾਂ ਨੇ ਇਹ ਕਾਰਜ ਸਾਂਭਣ ਦਾ ਯਤਨ ਕੀਤਾ। ਭਾਈ ਕਾਹਨ ਸਿੰਘ ਨਾਭਾ ਜੀ ਦਾ ਗੁਰ ਸ਼ਬਦ ਰਤਨਾਕਰ ਮਹਾਨ ਕੋਸ਼, ਪ੍ਰਿੰਸੀਪਲ ਤੇਜਾ ਸਿੰਘ ਜੀ ਦਾ ਗੁਰੂ ਗ੍ਰੰਥ ਸ਼ਬਦਾਰਥ ਅਤੇ ਪ੍ਰੋਫੈਸਰ ਸਾਹਿਬ ਸਿੰਘ ਜੀ ਦਾ ਗੁਰੂ ਗ੍ਰੰਥ ਦਰਪਣ ਇਸ ਵਿਆਖਿਆ ਦੀਆਂ ਸਿਖਰੀ ਪ੍ਰਾਪਤੀਆਂ ਹਨ। ਭਾਰਤ ਦੀ ਆਜ਼ਾਦੀ ਤੋਂ ਬਾਅਦ ਪੰਜਾਬ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਬਣਾਈ ਤੇ ਫਿਰ ਥੋੜ੍ਹੇ ਸਮੇਂ ਵਿੱਚ ਹੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੀ ਸਥਾਪਨਾ ਹੋਈ। ਇਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਟੀਕਾਕਾਰੀ, ਵਿਆਖਿਆਕਾਰੀ, ਗੁਰਬਾਣੀ ਦੀ ਸਾਹਿਤਕਾਰੀ ਤੇ ਸਿਧਾਂਤਕ ਖੋਜ ਬਾਰੇ ਕੰਮ ਆਰੰਭ ਕੀਤਾ। ਵਿਆਖਿਆ, ਟੀਕਾ, ਭਾਸ਼ ਤੇ ਪਰਮਾਰਥ। ਧਰਮ ਗ੍ਰੰਥਾਂ ਤੇ ਹੋਰ ਸਾਹਿਤਕ ਰਚਨਾ ਦੇ ਅਰਥ ਸੰਸਾਰ ਲਈ ਕਈ ਵਿਧੀਆਂ ਹਨ, ਜਿਵੇਂ ਵਿਆਖਿਆ, ਟੀਕਾ, ਭਾਸ਼ ਤੇ ਪਰਮਾਰਥ। ਵਿਆਖਿਆ ਉਹ ਕਲਾ ਹੈ ਜੋ ਕਿਸੇ ਅਨੁਭਵੀ ਸਾਹਿਤਕ ਕਿਰਤ ਦੇ ਵਿਚਾਰਾਂ, ਭਾਵਾਂ ਤੇ ਭਾਵਨਾਵਾਂ ਨੂੰ ਸਪਸ਼ਟ ਕਰਨ ਦਾ ਯਤਨ ਕਰਦੀ ਹੈ। ਵਿਆਖਿਆ ਕਰਨ ਦੀ ਵਿਧੀ ਟੀਕਾ ਤੋਂ ਵੱਖਰੀ ਹੈ। ਇਸ ਵਿੱਚ ਵਿਚਾਰਾਂ ਨੂੰ ਸਮਝਾਉਣ ਲਈ ਪਾਠ ਦੇ ਸ਼ਬਦਾਂ ਤੋਂ ਵੱਧ ਵਿਸਤਾਰ ਕੀਤਾ ਜਾਂਦਾ ਹੈ। ਟੀਕਾ ਸ਼ਬਦ ਦੀ ਵਿਉਤਪਤੀ ਸੰਸਕ੍ਰਿਤ ਭਾਸ਼ਾ ਦੀ ਟੀਕ ਧਾਤੂ ਤੋਂ ਹੋਈ ਹੈ ਅਤੇ ਇਸ ਦੇ ਅਰਥ ਹਨ ਕਿਸੇ ਵਸਤੂ ਜਾਂ ਤੱਥ ਦਾ ਬੋਧ ਅਥਵਾ ਪ੍ਰਕਾਸ਼ਨ ਕਰਾਉਣ ਵਾਲਾ ਵਾਕ ਸਾਧਨ। ਇਹ ਰਚਨਾ ਵਾਰਤਕ ਤੇ ਕਵਿਤਾ ਦੋਹਾਂ ਵਿੱਚ ਹੋ ਸਕਦੀ ਹੈ, ਭਾਵੇਂ ਆਮ ਤੌਰ ਤੇ ਵਾਰਤਕ ਵਿੱਚ ਹੀ ਹੁੰਦੀ ਹੈ। ਟੀਕਾਕਾਰੀ
बड़ा जटिल, अकाऊ, अत कठोर पर विद्वता भरपूर कार्य है, क्योंकि ਟੀਕਾਕਾਰ ਨੂੰ ਮੂਲ ਲੇਖਕ ਦੇ ਮੂਲ ਸ਼ਬਦ ਦੇ ਸਹੀ ਭੇਦ ਨੂੰ ਸਮਝਣਾ ਪੈਂਦਾ ਹੈ। ਪੰਜਾਬੀ ਟੀਕਾਕਾਰੀ ਟੀਕਾ, ਵਿਆਖਿਆ, ਭਾਸ਼ ਤੇ ਪਰਮਾਰਥ ਦਾ ਮਿਲਿਆ ਜੁਲਿਆ ਰੂਪ ਹੈ। ਪੰਜਾਬੀ ਵਿੱਚ ਟੀਕੇ ਲਿਖਣ ਦੀ ਪ੍ਰੇਰਣਾ ਗੁਰਬਾਣੀ ਦਾ ਆਮ ਪਾਠਕ ਨੂੰ ਬੋਧ ਕਰਾਉਣ ਦੀ ਬਿਰਤੀ ਵਿੱਚੋਂ ਪੈਦਾ ਹੋਈ। ਇਸੇ ਲਈ ਵਧੇਰੇ ਟੀਕੇ ਗੁਰਬਾਣੀ ਦੀਆਂ ਰਚਨਾਵਾਂ ਦੇ ਹੋਏ ਹਨ। ਹਰ ਵਿਦਵਾਨ ਆਪਣੀ ਸੰਪਰਦਾਇਕ ਮਤ ਅਨੁਸਾਰ ਟੀਕਾ ਕਰਦਾ ਹੈ, ਜਿਵੇਂ ਗਿਆਨੀ, ਉਦਾਸੀ, ਨਿਰਮਲੇ, ਸੇਵਾਪੰਥੀ ਵਿਦਵਾਨਾਂ ਨੇ ਇੱਕੋ ਰਚਨਾ ਦੇ ਟੀਕੇ ਆਪਣੇ ਆਪਣੇ ਢੰਗ ਤੇ ਦ੍ਰਿਸ਼ਟੀਕੋਣ ਅਨੁਸਾਰ ਕੀਤੇ ਹਨ। ਭਾਸ਼ ਵਿੱਚ ਰਚਨਾ ਵਿੱਚ ਲੁਕੇ ਹੋਏ ਵਿਚਾਰਾਂ ਦੀ ਭਾਸ਼ਕਾਰ ਆਪਣੇ ਦ੍ਰਿਸ਼ਟੀਕੋਣ ਅਨੁਸਾਰ ਨਵੀਂ ਵਿਆਖਿਆ ਕਰਦਾ ਹੈ। ਗੀਤਾ ਉੱਤੇ ਬਹੁਤ ਸਾਰੇ ਭਾਸ਼ ਲਿਖੇ ਗਏ ਹਨ। ਇੱਕੋ ਰਚਨਾ ਦੇ ਵੱਖਰੇ ਵੱਖਰੇ ਭਾਸ਼ ਪਾਠਕ ਨੂੰ ਵੱਖਰੇ ਵੱਖਰੇ ਵਿਚਾਰ ਤੇ ਭਾਵ ਵਿੱਚ ਲੈ ਜਾਂਦੇ ਹਨ। ਪਰਮਾਰਥ ਵਿੱਚ ਮੂਲ ਰਚਨਾ ਦੇ ਅਧਿਆਤਮਿਕ ਤੱਥਾਂ ਦੇ ਵਿਸ਼ੇਸ਼ ਫਲ ਦਾ ਵਿਸ਼ਲੇਸ਼ਣ ਕੀਤਾ ਜਾਂਦਾ ਹੈ। ਭਾਵ ਪਰਮਾਰਥ ਰਚਨਾ ਦੇ ਅਧਿਆਤਮਿਕ ਸਿਧਾਂਤਾਂ ਨੂੰ ਸਪਸ਼ਟ ਕਰਦਾ ਹੈ। ਸਹਿਜ ਪ੍ਰਣਾਲੀ ਤੁਰਕੀ ਬਾਣੀ ਦੇ ਵੇਸ਼ ਨਾਲ ਹੀ ਉਸ ਦੇ ਸਮਝਣ ਸਮਝਾਉਣ ਲਈ ਉਪਰਾਲੇ ਸ਼ੁਰੂ ਹੋ ਗਏ ਸਨ। ਗੁਰੂ ਨਾਨਕ ਦੇਵ ਜੀ ਨੇ ਉਦਾਸੀਆਂ ਸਮੇਂ ਕਈ ਸਾਧੂਆਂ, ਜੋਗੀਆਂ ਤੇ ਅਨੇਕ ਲੋਕਾਂ ਨਾਲ ਚਰਚਾ ਕਰਦਿਆਂ ਬਾਣੀ ਦੇ ਕਈ ਵਿਸ਼ਿਆਂ ਦੀ ਵਿਆਖਿਆ ਕੀਤੀ। ਆਪ ਜੀ ਦੇ ਉੱਤਰ ਅਧਿਕਾਰੀ ਗੁਰੂ ਸਾਹਿਬਾਨ ਨੇ ਆਪ ਜੀ ਦੀ ਰਚੀ ਬਾਣੀ ਦੀ ਵਿਆਖਿਆ ਆਪਣੀ ਬਾਣੀ ਵਿੱਚ ਕੀਤੀ। ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਇੱਕ ਗੁਰਬਾਣੀ ਵਿਆਖਿਆ ਪ੍ਰਣਾਲੀ ਕਾਇਮ ਹੋ ਗਈ। ਇਸ ਨੂੰ ਸਹਿਜ ਪ੍ਰਣਾਲੀ ਕਿਹਾ ਗਿਆ ਹੈ। ਗੁਰਬਾਣੀ ਦੇ ਅੰਦਰ ਦੀ ਵਿਆਖਿਆ ਮੂਲ ਮੰਤਰ ਅਤੇ ਗੁਰੂ ਰਾਮਦਾਸ ਜੀ ਦੇ ਸਾਰੰਗ ਰਾਗ ਦੇ ਇਸ ਸ਼ਬਦ ਦੀ ਸਾਂਝ ਦੇਖਣ ਯੋਗ ਹੈ। ਜਪ ਮਨ ਨਿਰਭਉ ਸਤ ਸਤ ਸਦਾ ਸਤ, ਨਿਰਵੈਰ ਅਕਾਲ ਮੂਰਤ, ਅਜੂਨੀ ਸੰਭਉ, ਪੰਨਾ 1201। ਜਪਜੀ ਸਾਹਿਬ ਦੀਆਂ ਅਸੰਖ ਦੀਆਂ ਪੌੜੀਆਂ ਦੀ ਸਪਸ਼ਟਤਾ ਸੁਖਮਨੀ ਸਾਹਿਬ ਦੀ 10ਵੀਂ ਅਸ਼ਟਪਦੀ ਵਿੱਚ ਕੀਤੀ ਗਈ ਹੈ। ਅਸੰਖ ਜਪ, ਅਸੰਖ ਪਉ, ਅਸੰਖ ਪੂਜਾ, ਅਸੰਖ ਤਪਤਾਉ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹੇ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ, ਅਸੰਖ ਦਤਾਰ। ਸੁਖਮਨੀ ਸਾਹਿਬ ਦੀ 10ਵੀਂ ਅਸ਼ਟਪਦੀ ਦੀ ਪਹਿਲੀ ਪੌੜੀ, ਪੰਨਾ 275। ਕਈ ਕੋਟ ਹੋਏ ਪੁਜਾਰੀ, ਕਈ ਕੋਟ ਅਚਾਰ ਵਿਵਹਾਰੀ, ਕਈ ਕੋਟ ਪੈ ਤੀਰਥ ਵਾਸੀ, ਕਈ ਕੋਟ ਬਨ ਭਰਮੈ ਉਦਾਸੀ, ਕਈ ਕੋਟ ਵੇਦ ਕੇ ਸਰੋਤੇ, ਕਈ ਕੋਟ ਤਪੀਸਰ ਹੋਤੇ। ਗੁਰੂ ਨਾਨਕ ਦੇਵ ਜੀ ਆਪ ਹੀ ਆਪਣੀ ਰਚਨਾ ਵਿੱਚ ਆਪਣੇ ਹੀ ਦਿੱਤੇ ਅਨੇਕ ਸਿਧਾਂਤਾਂ, ਭਾਵਾਂ, ਵਿਚਾਰਾਂ ਦੀ ਵਿਆਖਿਆ ਕਰਦੇ ਹਨ ਤਾਂ ਜੋ ਉਹ ਵਧੇਰੇ ਸਪਸ਼ਟ ਹੋ ਸਕਣ। ਇੱਕ ਓਂਕਾਰ ਦੀ ਏਕਤਾ ਨੂੰ ਕਈ ਦ੍ਰਿਸ਼ਟੀਕੋਣਾਂ ਤੋਂ ਸਪਸ਼ਟ ਕੀਤਾ ਹੈ। ਕਰਤਾ ਇੱਕ ਹੈ, ਰਚਨਾ ਇੱਕ ਹੈ, ਗਿਆਨ, ਧਿਆਨ, ਧੁਨ, ਬਾਣੀ ਦੇ ਮਾਰਗ ਇੱਕ ਹਨ, ਨਿਰਗੁਣ ਸਰਗੁਣ ਇੱਕੋ ਹੈ। ਓਂਕਾਰ ਨਾਂ ਦੀ ਬਾਣੀ ਵਿੱਚ ਏਕਤਾ ਦੀ ਵਿਆਖਿਆ ਕੀਤੀ ਹੈ। ਏਕ ਓਂਕਾਰ ਅਵਰ ਨਹੀਂ ਦੂਜਾ, ਨਾਨਕ ਏਕ ਸਮਾਈ, ਪੰਨਾ 930। ਸਤਨਾਮ ਦਾ ਸਿਧਾਂਤ ਵੀ ਮੂਲ ਮੰਤਰ ਵਿੱਚ ਹੈ। ਇਸ ਦੀ ਵਿਆਖਿਆ ਆਸਾ ਦੀ ਵਾਰ ਵਿੱਚ ਸੱਚੇ ਤੇਰੇ ਖੰਡ, ਸੱਚੇ ਬ੍ਰਹਮੰਡ, ਸੱਚੇ ਤੇਰੇ ਲੋਕ, ਸੱਚੇ ਆਕਾਰ, ਸੱਚੇ ਤੇਰੇ ਕਰਨੇ ਸਰਬ ਵਿਚਾਰ, ਸੱਚਾ ਤੇਰਾ ਅਮਰ, ਸੱਚਾ ਦੀਵਾਨ, ਸੱਚਾ ਤੇਰਾ ਹੁਕਮ, ਸੱਚਾ ਫਰਮਾਨ, ਸੱਚਾ ਤੇਰਾ ਕਰਮ, ਸੱਚਾ ਨਿਸ਼ਾਨ। ਗੁਰੂ ਨਾਨਕ ਦੇਵ ਜੀ ਨੇ ਹਉਮੈ ਦਾ ਸਿਧਾਂਤ ਇਉਂ ਨਿਰੂਪਿਤ ਕੀਤਾ ਹੈ। ਹਉ ਵਿੱਚ ਆਇਆ, ਹਉ ਵਿੱਚ ਗਿਆ, ਹਉ ਵਿੱਚ ਜੰਮਿਆ, ਹਉ ਵਿੱਚ ਮੁਆ, ਹਉ ਵਿੱਚ ਦਿੱਤਾ, ਹਉ ਵਿੱਚ ਲਿਆ, ਹਉ ਵਿੱਚ ਖਟਿਆ, ਹਉ ਵਿੱਚ ਗਿਆ, ਪੰਨਾ 467। ਨਾਲ ਹੀ ਗੁਰੂ ਅੰਗਦ ਦੇਵ ਜੀ ਦਾ ਸ਼ਲੋਕ ਹੈ, ਹਉਮੈ ਇਹਾ ਜਾਤ ਹੈ, ਹਉਮੈ ਕਰਮ ਕਮਾਏ,
ਹਉਮੈ ਇਹੀ ਬੰਦਨਾ ਫਿਰ ਜੋਨੀ ਪਾਏ। ਹਉਮੈ ਕਿੱਥੋਂ ਉਪਜੈ ਕਿਤ ਸੰਜਮ ਇਹ ਜਾਏ। ਹਉਮੈ ਇਹੋ ਹੁਕਮ ਹੈ ਪਿਆ ਕਿਰਤ ਫਿਰਾਏ। ਹਉਮੈ ਦੀਰਘ ਰੋਗ ਹੈ दारू ਵੀ ਇਸ ਮਾਏ। ਵਡਹੰਸ ਰਾਗ ਦੀਆਂ ਅਲਾਣੀਆਂ ਵਿੱਚ ਮਹਿਲੇ ਪਹਿਲੇ ਤੇ ਮਹਿਲੇ ਤੀਜੇ ਦੀ ਬਾਣੀ ਵਿੱਚ ਵਿਆਖਿਆ ਦਾ ਸੰਬੰਧ ਕਾਇਮ ਹੈ। ਗੁਰੂ ਨਾਨਕ ਦੇਵ ਜੀ, ਗੁਰੂ ਰਾਮਦਾਸ ਜੀ ਤੇ ਗੁਰੂ ਅਰਜਨ ਦੇਵ ਜੀ ਦੀ ਬਾਣੀ ਦੀ ਵਿਆਖਿਆ ਦੀ ਸਾਂਝ ਸ੍ਰੀ ਰਾਗ ਦੇ ਪਹਿਰਿਆਂ ਵਿੱਚ ਦੇਖ ਸਕਦੇ ਹਾਂ। ਸ੍ਰੀ ਰਾਗ ਪਹਿਰੇ ਮਹੱਲਾ ਪਹਿਲਾ। ਪਹਿਲੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ, ਹੁਕਮ ਪਿਆ ਗਰਬਾਸ। ਪੰਨਾ 75। ਗੁਰੂ ਰਾਮਦਾਸ ਜੀ ਸ੍ਰੀ ਰਾਗ ਮਹੱਲਾ ਚੌਥਾ। ਪਹਿਲੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ, ਹਰ ਪਾਇਆ ਉਦਰ ਮੰਝਾਰ। ਪੰਨਾ 76। ਗੁਰੂ ਅਰਜਨ ਦੇਵ ਜੀ ਸ੍ਰੀ ਰਾਗ ਮਹੱਲਾ ਪੰਜਵਾਂ। ਪਹਿਲੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ, ਤਾਰ ਪਾਇਤਾ ਉਦਰੇ ਮਾਏ। ਪੰਨਾ 77। ਇਹ ਗੱਲ ਇੱਥੇ ਸਮਾਪਤ ਨਹੀਂ ਹੋ ਜਾਂਦੀ। ਗੌਰ ਨਾਲ ਦੇਖਿਆ ਪਤਾ ਲੱਗਦਾ ਹੈ ਕਿ ਗੁਰੂ ਸਾਹਿਬਾਨ ਭਗਤ ਬਾਣੀ ਦੇ ਕਈ ਦ੍ਰਿਸ਼ਟੀਕੋਣਾਂ ਨੂੰ ਸਪਸ਼ਟ ਕਰਨ ਦਾ ਯਤਨ ਕਰਦੇ ਹਨ। ਬਾਬਾ ਫਰੀਦ ਜੀ ਦਾ ਸ਼ਲੋਕ ਹੈ, ਜੋ ਸਿਰ ਸਾਈਂ ਨਾ ਨਿਵੇ ਸੋ ਸਿਰ ਕੀਜੇ ਕਾਏ। ਕੁੰਨੇ ਹੇਠ ਜਲਾਈਐ ਬਾਲਣ ਸੰਦੇ ਥਾਏ। ਸ਼ਲੋਕ ਨੰਬਰ 72। ਗੁਰੂ ਅੰਗਦ ਦੇਵ ਜੀ ਦਾ ਸ਼ਲੋਕ ਹੈ, ਸ਼ਲੋਕ ਮਹੱਲਾ ਦੂਜਾ। ਜੋ ਸਿਰ ਸਾਈਂ ਨਾ ਨਿਵੇ ਸੋ ਸਿਰ ਦੀਜੇ ਡਾਰ। ਨਾਨਕ ਜਿਸ ਪਿੰਜਰ ਮੈਂ ਬਿਰਹਾ ਨਹੀਂ ਸੋ ਪਿੰਜਰ ਲੈ ਜਾਰ। ਸ਼ੇਖ ਫਰੀਦ ਜੀ ਦੇ ਸੂਈ ਰਾਗ ਦੇ ਸ਼ਬਦ ਬੇੜਾ ਬੰਦ ਨਾ ਸਕਿਓ। ਪੰਨਾ 794 ਦੀ ਵਿਆਖਿਆ ਤੇ ਸਪਸ਼ਟੀਕਰਨ ਗੁਰੂ ਨਾਨਕ ਦੇਵ ਜੀ ਨੇ ਉਸੇ ਰਾਗ ਦੇ ਸ਼ਬਦ ਜਪ ਤਪ ਕਾ ਬੰਦ ਬੇੜਲਾ ਪੰਨਾ 729 ਵਿੱਚ ਕੀਤੇ ਹਨ। ਇਸ ਪ੍ਰਣਾਲੀ ਦਾ ਮਾਧਿਅਮ ਕਾਵ ਹੈ। ਇਹ ਇਸ ਦੀ ਖੂਬੀ ਵੀ ਹੈ ਤੇ ਕਠਿਨਾਈ ਵੀ, ਪਰ ਇਸ ਵਿਆਖਿਆ ਤੋਂ ਹੋਰ ਵਧੇਰੇ ਭਰੋਸੇਯੋਗ ਵਿਆਖਿਆ ਨਹੀਂ ਹੈ। ਉਦਾਸੀ ਪ੍ਰਣਾਲੀ। ਬਾਬਾ ਸ੍ਰੀ ਚੰਦ ਜੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਾਹਿਬਜ਼ਾਦੇ ਸਨ। ਆਪ ਨੇ ਉਦਾਸੀ ਹੋ ਕੇ ਤਪੱਸਿਆ ਦਾ ਮਾਰਗ ਗ੍ਰਹਿਣ ਕੀਤਾ ਅਤੇ ਗੁਰੂ ਬਾਬੇ ਦੀ ਬਾਣੀ ਤੇ ਗੁਰਮਤਿ ਦਾ ਪ੍ਰਚਾਰ ਆਰੰਭ ਕੀਤਾ। ਆਪ ਦਾ ਪੰਥ ਉਦਾਸੀ ਜਾਂ ਉਦਾਸੀਨ ਪੰਥ ਅਖਵਾਇਆ, ਜੋ ਕਿ ਸਿੱਖ ਪੰਥ ਦਾ ਇੱਕ ਅੰਗ ਮੰਨਿਆ ਜਾਣ ਲੱਗ ਪਿਆ। ਇਹਨਾਂ ਦੀ ਵਿਆਖਿਆ ਉਦਾਸੀ ਪ੍ਰਣਾਲੀ ਅਖਵਾਈ। ਉਦਾਸੀ ਸ਼ਬਦ ਦਾ ਨਿਕਾਸ ਸੰਸਕ੍ਰਿਤ ਸ਼ਬਦ ਉਦਾਸੀਨ ਤੋਂ ਹੋਇਆ ਮੰਨਿਆ ਜਾਂਦਾ ਹੈ। ਉਦਾਸੀਨ ਦਾ ਅਰਥ ਹੈ ਵਿਕਰਤ, ਉਪਰਾਮ, ਮੋਹ ਰਹਿਤ। ਉਦਾਸੀ ਉਦਾਸੀਨ ਦਾ ਤਦਭਵ ਰੂਪ ਹੈ। ਸਿੱਖ ਸਾਹਿਤ ਵਿੱਚ ਇਸ ਸ਼ਬਦ ਦੀ ਵਰਤੋਂ ਤਿੰਨ ਅਰਥਾਂ ਵਿੱਚ ਹੋਈ ਹੈ। ਪਹਿਲਾ, ਮਾਇਆ ਮੁਕਤ ਸਾਧਕ। ਨੰਬਰ 2, ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ। ਤੀਜਾ, ਉਦਾਸੀ ਸੰਪਰਦਾਇ। ਉਦਾਸੀ ਸਾਧੂਆਂ ਦਾ ਭੇਸ ਮਜੀਠੀ ਚੋਲਾ, ਗਲ ਕਾਲੀ ਸੇਲੀ, ਹੱਥ ਤੁੰਬਾ, ਸਿਰ ਉੱਤੇ ਉੱਚੀ ਟੋਪੀ ਹੈ। ਪਹਿਲਾਂ ਇਸ ਦੇ ਸਾਧੂ ਜਟਾ ਜੂਟ ਸਨ। ਉਹ ਕੇਸ ਦਾੜੀ ਨਹੀਂ ਮਨਾਉਂਦੇ ਸਨ, ਪਰ ਬਾਅਦ ਵਿੱਚ ਮੁੰਡਤ ਭਸਮਧਾਰੀ ਹੋ ਗਏ ਸਨ। ਉਦਾਸੀ ਸੰਪਰਦਾਇ ਦਾ ਪੰਜਾਬੀ ਸਾਹਿਤ ਨੂੰ ਯੋਗਦਾਨ ਮਹੱਤਵਪੂਰਨ ਹੈ। ਉਦਾਸੀ ਵਿਦਵਾਨਾਂ ਨੇ ਬ੍ਰਜ ਭਾਸ਼ਾ ਤੇ ਪੰਜਾਬੀ ਵਿੱਚ ਉੱਚ ਪਾਏ ਦੀ ਰਚਨਾ ਕੀਤੀ। ਸਵਾਮੀ ਆਨੰਦ ਕਾਂਡ ਵਰਗੇ ਕਈ ਵਿਆਖਿਆਕਾਰ ਵੀ ਹੋਏ ਹਨ, ਜਿਨ੍ਹਾਂ ਨੇ ਕਈ ਬਾਣੀਆਂ ਦੇ ਟੀਕੇ ਕੀਤੇ। ਸਾਧੂ ਉਦਾਸੀਆਂ ਦਾ ਧਰਮ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈ। ਉਦਾਸੀ ਸਾਧੂਆਂ ਨੇ ਅਨੇਕ ਦੁਰਲੱਭ ਪੰਜਾਬੀ ਹੱਥ ਲਿਖਤ ਗ੍ਰੰਥਾਂ ਨੂੰ ਸਦੀਆਂ ਤੱਕ ਪੀੜ੍ਹੀਓ ਪੀੜ੍ਹੀ ਸਾਂਭ ਕੇ ਰੱਖਣ ਦਾ ਉਦਮ ਕੀਤਾ ਹੈ। ਬਾਬਾ ਗੁਰਦਿੱਤਾ ਜੀ। ਬਾਬਾ ਸ੍ਰੀ ਚੰਦ ਦੇ ਪ੍ਰਮੁੱਖ ਚੇਲੇ ਤੇ ਗੱਦੀ ਨਸ਼ੀਨ ਬਾਬਾ ਗੁਰਦਿੱਤਾ ਜੀ ਸਨ, ਜਿਹੜੇ 6ਵੇਂ ਗੁਰੂ ਹਰਗੋਬਿੰਦ ਜੀ ਦੇ ਵੱਡੇ ਸਪੁੱਤਰ ਅਤੇ ਗੁਰੂ ਹਰ ਰਾਏ ਜੀ ਦੇ ਪਿਤਾ ਜੀ ਸਨ। ਬਾਬਾ ਗੁਰਦਿੱਤਾ ਜੀ ਦੇ 4 ਪ੍ਰਮੁੱਖ ਚੇਲਿਆਂ ਨੇ 4 ਧੂਣੇ ਚਾਲੂ ਕੀਤੇ। ਦੇਹਰਾਦੂਨ, ਨਾਨਕ ਮਤਾ,
हैदराबाद, बहादुरगढ़ जिला हुशियारपुर ਨੂੰ ਆਪਣੇ ਪ੍ਰਚਾਰ ਦਾ ਕੇਂਦਰ ਬਣਾਇਆ। ਉਦਾਸੀਆਂ ਦਾ ਮੁੱਖ ਸਥਾਨ ਬਾਰਠ, ਡੇਰਾ ਬਾਬਾ ਨਾਨਕ ਕੋਲ ਤੇ ਦੌਲਤਪੁਰ ਵਿੱਚ ਹਨ। 4 ਧੂਣਿਆਂ ਤੋਂ ਬਿਨਾਂ ਇਹਨਾਂ ਦੀਆਂ 6 ਬਖਸ਼ਿਸ਼ਾਂ ਵੀ ਹਨ। ਇਸ ਲਈ ਇਹਨਾਂ ਨੂੰ 10 ਨਾਮੀ ਸਾਧੂ ਦਾ ਨਾਮ ਵੀ ਦਿੱਤਾ ਜਾਂਦਾ ਹੈ। ਇਹ ਬਖਸ਼ਿਸ਼ਾਂ ਵੱਖ-ਵੱਖ ਗੁਰੂ ਸਾਹਿਬਾਨ ਨੇ ਦਿੱਤੀਆਂ ਸਨ। ਉਦਾਸੀਆਂ ਦਾ ਪ੍ਰਮੁੱਖ ਅਖਾੜਾ ਉਦਾਸੀ ਪੰਚਾਇਤ ਅਖਾੜਾ 1836 ਵਿੱਚ ਮਹਾਤਮ ਪ੍ਰੀਤਮ ਦਾਸ ਉਦਾਸੀ ਦੇ ਯਤਨਾਂ ਨਾਲ ਕਾਇਮ ਹੋਇਆ। ਉਦਾਸੀ ਡੇਰਿਆਂ ਦੇ ਨਾਲ ਵੱਡੀਆਂ ਛੋਟੀਆਂ ਜਗੀਰਾਂ ਸਿੱਖ ਮਹਾਰਾਜਿਆਂ ਤੇ ਸਰਦਾਰਾਂ ਨੇ ਲਗਾਈਆਂ ਤੇ ਪੂਰੀ ਸਰਪ੍ਰਸਤੀ ਦਿੱਤੀ। ਉਦਾਸੀ ਸਾਧੂਆਂ ਦੇ ਸੈਂਕੜੇ ਡੇਰੇ, ਅਖਾੜੇ ਤੇ ਕੇਂਦਰ ਥਾਪ ਕੇ ਗੁਰਬਾਣੀ ਦਾ ਪ੍ਰਚਾਰ ਜ਼ੁਬਾਨੀ ਕਥਾ ਵਾਰਤਾ ਦੇ ਰੂਪ ਵਿੱਚ ਕੀਤਾ। ਸਿੱਖਾਂ ਦੇ ਵਿਛੜੇ ਸਮੇਂ ਵਿੱਚ ਉਦਾਸੀਆਂ ਦਾ ਇਤਿਹਾਸਕ ਗੁਰਦੁਆਰਾ ਦੀ ਸੰਭਾਲ ਦਾ ਕੰਮ ਬਹੁਤ ਸ਼ਲਾਘਾਯੋਗ ਹੈ। ਭਾਵੇਂ ਬਾਅਦ ਵਿੱਚ ਇਹਨਾਂ ਦੇ ਪ੍ਰਬੰਧ ਵਿੱਚ ਕਈ ਕੁਰੀਤੀਆਂ ਵੀ ਸ਼ਾਮਲ ਹੋ ਗਈਆਂ। 20ਵੀਂ ਸਦੀ ਵਿੱਚ ਗੁਰਦੁਆਰਾ ਸੁਧਾਰ ਲਹਿਰ ਦੇ ਪ੍ਰਭਾਵ ਹੇਠ ਇਤਿਹਾਸਕ ਗੁਰਦੁਆਰਿਆਂ ਦਾ ਪ੍ਰਬੰਧ ਉਦਾਸੀਆਂ ਤੋਂ ਲੈ ਲਿਆ ਗਿਆ। ਮੰਜੀਦਾਰ ਤੇ ਮਸੰਦ। ਗੁਰੂ ਅਮਰਦਾਸ ਜੀ ਨੇ ਆਪਣੀ ਬਾਣੀ ਅਤੇ ਪ੍ਰਚਾਰ ਵਿੱਚ ਗ੍ਰਹਿਸਥ ਤਿਆਗ ਦੇ ਮੁਕਾਬਲੇ ਤੇ ਗ੍ਰਹਿਸਥੀ ਰਹਿਣ ਤੇ ਬਲ ਦਿੱਤਾ। ਉਹਨਾਂ ਨੇ ਸਾਰੇ ਭਾਰਤ ਵਿੱਚ ਪ੍ਰਚਾਰ ਲਈ 22 ਮੰਜੀਆਂ ਜਾਂ ਉਪਦੇਸ਼ਕ ਗੱਦੀਆਂ ਥਾਪੀਆਂ ਅਤੇ ਇਹ ਮੰਜੀਆਂ ਬੜੇ ਕਰਨੀ ਵਾਲੇ ਸਿੱਖਾਂ ਨੂੰ ਬਖਸ਼ੀਆਂ ਤਾਂ ਜੋ ਉਹ ਸ਼ੁੱਧ ਗੁਰਮਤਿ ਦਾ ਪ੍ਰਚਾਰ ਕਰਨ। ਹਰ ਮੰਜੀਦਾਰ ਆਤਮਕ ਉਚਤਾ ਅਨੁਸਾਰ ਬਾਣੀ ਦੀ ਵਿਆਖਿਆ ਕਰਦਾ ਰਿਹਾ ਹੈ, ਪਰ ਉਸ ਵਿਆਖਿਆ ਨੇ ਲਿਖਤੀ ਰੂਪ ਨਹੀਂ ਧਾਰਨ ਕੀਤਾ। ਇਸ ਲਈ ਮੰਜੀਦਾਰ ਮਹਾਂਪੁਰਸ਼ਾਂ ਦੀ ਗੁਰਬਾਣੀ ਵਿਆਖਿਆ ਪ੍ਰਣਾਲੀ ਸਥਾਪਿਤ ਨਾ ਹੋ ਸਕੀ। ਇਸੇ ਕਾਲ ਵਿੱਚ ਸ੍ਰੀ ਗੁਰੂ ਰਾਮਦਾਸ ਜੀ ਵੱਲੋਂ ਚਲਾਈ ਮਸੰਦ ਸੰਪਰਦਾ ਦਾ ਆਰੰਭ ਮੰਜੀਦਾਰੀ ਦਾ ਹੀ ਸਰੂਪ ਸੀ। ਮੰਜੀ ਤੋਂ ਮਸਨਦ ਮਿਲ ਗਈ। ਮਸਨਦ ਦਾ ਭਾਵ ਗੱਦੀ ਹੈ। ਮਸੰਦਾਂ ਦਾ ਮੁੱਖ ਕਰਤੱਵ ਬਾਣੀ ਦਾ ਪ੍ਰਚਾਰ ਕਰਨਾ ਤੇ ਗੁਰੂ ਜੀ ਦਾ ਦਸਵੰਧ ਸੰਗਤਾਂ ਤੋਂ ਲਿਆ ਕੇ ਗੁਰੂ ਜੀ ਦੇ ਖਜ਼ਾਨੇ ਵਿੱਚ ਜਮ੍ਹਾਂ ਕਰਾਉਣਾ ਸੀ। ਸੰਦਾਂ ਵਿੱਚ ਕਰਨੀ ਵਾਲੇ ਗੁਰਸਿੱਖ ਸਨ, ਪਰ ਇਹਨਾਂ ਦੀ ਵੀ ਕੋਈ ਲਿਖਤ ਸਾਡੇ ਤੀਕ ਨਹੀਂ ਪੁੱਜੀ। ਇਹਨਾਂ ਦਾ ਪ੍ਰਚਾਰ ਦਾ ਮਾਧਿਅਮ ਜ਼ੁਬਾਨੀ ਕਥਾ ਵਾਰਤਾ ਸੀ। ਮਸੰਦਾਂ ਦੀ ਬਾਣੀ ਵਿਆਖਿਆ ਉਹ ਸੀ ਜੋ ਮੰਜੀ ਨਸ਼ੀਨਾਂ ਦੀ ਸੀ। ਇਸ ਸ਼੍ਰੇਣੀ ਦਾ ਮੁੱਖ ਪ੍ਰਯੋਜਨ ਮਾਇਆ ਨਾਲ ਸੰਬੰਧਿਤ ਸੀ, ਜੋ ਇਹਨਾਂ ਦੇ ਵਿਨਾਸ਼ ਦਾ ਕਾਰਨ ਬਣਿਆ। ਛੇਤੀ ਹੀ ਮਸੰਦ ਵਿਕਾਰਾਂ ਵਿੱਚ ਪੈ ਗਏ। ਮਸੰਦਾਂ ਦੀਆਂ ਆਪ ਹੁਦਰੀਆਂ ਵੱਧ ਗਈਆਂ ਅਤੇ ਇਹ ਸਿੱਖ ਸੰਗਤਾਂ ਲਈ ਦੁਖਦਾਈ ਹੋ ਗਏ ਸਨ। ਗੁਰੂ ਗੋਬਿੰਦ ਸਿੰਘ ਜੀ ਨੇ ਨੂੰ ਨਾ ਕੇਵਲ ਇਹ ਸੰਪਰਦਾ ਬੰਦ ਕਰਨੀ ਪਈ, ਸਗੋਂ ਕਈ ਮਸੰਦਾਂ ਨੂੰ ਕਰੜੀ ਤਾੜਨਾ ਕਰਨੀ ਪਈ ਤੇ ਦੰਡ ਦੇਣਾ ਪਿਆ। ਭਾਈ ਪ੍ਰਣਾਲੀ। ਭਾਈ ਗੁਰਦਾਸ ਜੀ ਨੇ ਵਾਰਾਂ, ਕਵਿਤ ਤੇ ਸਵਈਆਂ ਦੀ ਰਚਨਾ ਕੀਤੀ। ਉਸ ਸਮੇਂ ਲੰਮੀ ਚੌੜੀ ਵਿਆਖਿਆ ਨਹੀਂ ਸੀ ਕੀਤੀ, ਸਗੋਂ ਬੜੇ ਸੰਖੇਪ ਤੇ ਸੰਕੋਚਵੇਂ ਲਫ਼ਜ਼ਾਂ ਵਿੱਚ ਕਠਨ ਪਦਾਂ ਦਾ ਅੱਖਰੀ ਅਰਥ ਦੱਸ ਦਿੱਤਾ ਜਾਂਦਾ ਸੀ। ਅਸਲ ਪ੍ਰਚਾਰ ਦਾ ਮਾਧਿਅਮ ਪ੍ਰਚਾਰਕਾਂ ਦੀ ਆਪਣੀ ਗੁਰਸਿੱਖੀ ਰਹਿਣੀ ਸੀ। ਉਦੋਂ ਮਸੰਦ ਵੀ ਬੜੇ ਉੱਚੇ ਜੀਵਨ ਵਾਲੇ ਸਨ। ਗੁਰੂ ਅਰਜਨ ਦੇਵ ਜੀ ਦਾ ਭਾਈ ਗੁਰਦਾਸ ਜੀ ਨੂੰ ਹੁਕਮ। ਗੁਰੂ ਅਰਜਨ ਦੇਵ ਜੀ ਪਾਸ ਇੱਕ ਦਿਨ ਸੰਗਤ ਨੇ ਬੇਨਤੀ ਕੀਤੀ, ਮਹਾਰਾਜ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਛੰਦਬੰਦ ਹੈ, ਇਸ ਲਈ ਕੁਝ ਪੁਰਸ਼ਾਂ ਨੂੰ ਸਮਝ ਨਹੀਂ ਆਉਂਦੀ। ਕਿਰਪਾ ਕਰਕੇ ਇਸ ਦਾ ਟੀਕਾ ਕਰਨ ਦੀ ਕਿਰਪਾਲਤਾ ਕਰੋ। ਸਤਿਗੁਰੂ ਜੀ ਨੇ ਫਰਮਾਇਆ, ਸਿੱਖੋ, ਇਸ ਦਾ ਟੀਕਾ ਸਿੱਖਾਂ ਦੀ ਰਚਨਾ ਤੇ ਲਿਖਿਆ ਪਿਆ ਹੈ। ਇਹ ਬਹੁਤ ਮਸ਼ਹੂਰ ਹੈ। ਗੁਰੂ ਜੀ ਨੇ ਕਿਹਾ, ਇਸ ਦਾ ਟੀਕਾ ਸਿੱਖਾਂ ਦੀ ਰਚਨਾ ਤੇ ਲਿਖਿਆ ਪਿਆ ਹੈ, ਭਾਵ ਤੁਸੀਂ ਪਾਠ ਕਰੋ, ਹੋਰ ਟੀਕਾ ਕਰਨ ਦੀ ਲੋੜ ਨਹੀਂ ਹੈ। ਫਿਰ ਭਾਈ ਗੁਰਦਾਸ ਜੀ ਨੂੰ ਹੁਕਮ ਦਿੱਤਾ ਕਿ ਭਾਈ ਜੀ, ਤੁਸੀਂ ਰੋਜ਼ ਮਹਾਰਾਜ ਜੀ ਦੀ ਕਥਾ ਕਰਕੇ ਸੁਣਾਇਆ ਕਰੋ।
ਸਤਿਗੁਰ ਜੀ ਦੀ ਆਗਿਆ ਤੇ ਥਾਪੀ ਲੈ ਕੇ ਉਸ ਦਿਨ ਤੋਂ ਆਰੰਭ ਹੋਈ ਕਥਾ ਯੁੱਧਾਂ ਦੇ ਸਮੇਂ ਤੱਕ ਭਾਈ ਸਾਹਿਬ ਜੀ ਆਪ ਕਰਦੇ ਰਹੇ। ਮਗਰੋਂ ਇਹਨਾਂ ਤੋਂ ਪੜ੍ਹੇ ਹੋਏ ਸਿੱਖ ਕਰਦੇ ਰਹੇ। ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਧੀਰਮਾਲ ਨੇ ਕਾਬੂ ਕਰ ਲਿਆ ਤਾਂ ਕਥਾ ਦਾ ਸਿਲਸਿਲਾ ਵੀ ਬੰਦ ਹੋ ਗਿਆ। ਇਸ ਲਈ ਭਾਈ ਗੁਰਦਾਸ ਜੀ ਦੀ ਸੰਪਰਦਾਇ ਵੀ ਲੋਪ ਹੋ ਗਈ। ਪਰ ਅਜੇ ਵੀ ਕੋਈ ਮਹਾਤਮਾ ਭਾਈ ਜੀ ਸੰਪਰਦਾਇ ਦਾ ਦਰਸ਼ਨ ਦਿੰਦਾ ਹੈ। ਇਹਨਾਂ ਦੀ ਤੋਰੀ ਸੰਪਰਦਾਇ ਦੇ ਗਿਆਨੀ ਕੇਵਲ ਅੱਖਰਾਂ ਦੇ ਅਰਥ ਤੋਂ ਬਿਨਾਂ ਹੋਰ ਕੋਈ ਦ੍ਰਿਸ਼ਟਾਂਤ ਪ੍ਰਮਾਣ ਨਹੀਂ ਸੁਣਾਉਂਦੇ ਅਤੇ ਨਾ ਹੀ ਕੋਈ ਸਾਖੀ ਉਤਾਨਖਾ ਸੁਣਾਇਆ ਕਰਦੇ ਸਨ। ਇਸ ਤਰ੍ਹਾਂ ਭਾਈ ਗੁਰਦਾਸ ਜੀ ਨੇ ਗੁਰਬਾਣੀ ਅਤੇ ਗੁਰ ਇਤਿਹਾਸ ਦੀ ਵਿਆਖਿਆ ਪ੍ਰਣਾਲੀ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਤੋਰੀ। ਉਹਨਾਂ ਨੇ ਗੁਰਬਾਣੀ ਦੇ ਭੇਦਾਂ, ਰਹੱਸਾਂ, ਸਿਧਾਂਤਾਂ, ਭਾਵਾਂ ਨੂੰ ਸਪਸ਼ਟ ਕੀਤਾ। ਕਠਨ ਪਦਾਂ ਦੇ ਕੋਸ਼ਮਈ ਅਰਥ ਦਿੱਤੇ, ਪਰਿਭਾਸ਼ਕ ਸ਼ਬਦਾਂ ਦੀ ਭਾਵਨਾ ਦਰਸਾਈ। ਉਹਨਾਂ ਦੀ ਵਿਆਖਿਆ ਨੂੰ ਗੁਰੂ ਸਾਹਿਬ ਦੀ ਪ੍ਰਵਾਨਗੀ ਮਿਲੀ, ਜਿਸ ਨੇ ਇਸ ਪ੍ਰਣਾਲੀ ਨੂੰ ਮਹਾਨਤਾ ਦਿੱਤੀ। ਵਾਰਾਂ ਭਾਈ ਗੁਰਦਾਸ ਵਿੱਚ ਵਿਸ਼ਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਆਖਿਆ ਹੀ ਹੈ। ਪਰਮਾਰਥ ਪ੍ਰਣਾਲੀ। ਪ੍ਰਿਥੀ ਚੰਦ ਮੀਣੇ ਦੀ ਸੰਤਾਨ ਮਿਹਰਬਾਨ ਜੀ ਨੇ ਵਾਰਤਕ ਨੂੰ ਬਾਣੀ ਦੀ ਵਿਆਖਿਆ ਦਾ ਪਹਿਲੀ ਵਾਰ ਮਾਧਿਅਮ ਬਣਾਇਆ। ਮਿਹਰਬਾਨ ਤੇ ਉਹਨਾਂ ਦੀ ਸੰਤਾਨ ਹਰਜੀ ਤੇ ਚਤਰਭੁਜ ਜੀ ਨੇ ਵਿਆਖਿਆ ਨੂੰ ਪਰਮਾਰਥ ਕਿਹਾ ਹੈ। ਇਸ ਲਈ ਇਸ ਵਿਆਖਿਆ ਨੂੰ ਪਰਮਾਰਥ ਪ੍ਰਣਾਲੀ ਦਾ ਨਾਮ ਦਿੱਤਾ ਹੈ। ਜਪਜੀ ਦਾ ਸਭ ਤੋਂ ਪੁਰਾਣਾ ਟੀਕਾ ਸੋਢੀ ਮਿਹਰਬਾਨ ਦਾ ਕੀਤਾ ਮਿਲਦਾ ਹੈ। ਮੀਣਾ ਸੰਪਰਦਾਇ। ਮੀਣਾ ਸੰਪਰਦਾਇ ਧੀਰਮਲੀਏ ਤੇ ਰਾਮ ਰਾਈਏ ਸੰਪਰਦਾਵਾਂ ਵਾਂਗ ਗੁਰੂ ਘਰ ਦੀ ਵਿਰੋਧੀ ਸੰਪਰਦਾਇ ਹੈ। ਇਹ ਲੋਕ ਗੁਰੂ ਵੰਸ਼ ਵਿੱਚੋਂ ਸੋਢੀ ਸਨ। ਇਹਨਾਂ ਦੀ ਈਰਖਾ ਤੇ ਝਗੜੇ ਦਾ ਕਾਰਨ ਇਹਨਾਂ ਦਾ ਗੁਰੂ ਨਾਨਕ ਦੇਵ ਜੀ ਦੀ ਗੱਦੀ ਉੱਤੇ ਕਬਜ਼ਾ ਕਰਨ ਦੀ ਮੰਦ ਭਾਵਨਾ ਸੀ, ਭਾਵ ਭੈੜੀ ਨੀਤੀ ਸੀ। ਪ੍ਰਿਥੀ ਚੰਦ ਲਈ ਸਭ ਤੋਂ ਪਹਿਲਾ ਮੀਣਾ ਸ਼ਬਦ ਉਹਨਾਂ ਦੇ ਮਾਮਾ ਜੀ ਭਾਈ ਗੁਰਦਾਸ ਜੀ ਨੇ ਆਪਣੀ 36ਵੀਂ ਵਾਰ ਵਿੱਚ ਵਰਤਿਆ। ਸਤਿਗੁਰ ਸੱਚਾ ਪਾਤਸ਼ਾਹ ਮੂੰਹ ਕਾਲੇ ਮੀਣਾ। ਗੋਸ਼ਟਾ ਮਿਹਰਬਾਨ ਜੀ ਕਿਆਂ ਦੇ ਆਰੰਭ ਵਿੱਚ ਮਿਹਰਬਾਨ ਨੂੰ ਗੁਰੂ ਨਾਨਕ ਦੇਵ ਜੀ ਦੀ ਗੱਦੀ ਦਾ 7ਵਾਂ ਗੱਦੀਦਾਰ ਲਿਖਿਆ ਹੈ। ਹਰਜੀ, ਜਿਸ ਦਾ ਦਿਹਾਂਤ 1696 ਈਸਵੀ ਵਿੱਚ ਹੋਇਆ, ਉਸ ਨੇ ਗੋਸ਼ਟਾ ਮਿਹਰਬਾਨ ਜੀ ਕੀਆਂ ਗੋਸ਼ਟ ਬਾਬਾ ਨਾਨਕ ਸੁਖਮਨੀ ਸਹੰਸਰ ਨਾਮ ਪਰਮਾਰਥ ਦੀ ਰਚਨਾ ਕੀਤੀ। ਗੁਰੂ ਤੇਗ ਬਹਾਦਰ ਜੀ 1664 ਈਸਵੀ ਵਿੱਚ ਜਦੋਂ ਅੰਮ੍ਰਿਤਸਰ ਆਏ ਤਾਂ ਹਰ ਜੀ ਦੇ ਸੇਵਾਦਾਰਾਂ ਨੇ ਹੀ ਉਹਨਾਂ ਨੂੰ ਦਰਬਾਰ ਸਾਹਿਬ ਅੰਦਰ ਆਉਣ ਤੋਂ ਰੋਕਣ ਲਈ ਦਰਬਾਰ ਸਾਹਿਬ ਦੇ ਦਰਵਾਜ਼ੇ ਬੰਦ ਕਰਵਾ ਦਿੱਤੇ ਸਨ। ਹਰ ਜੀ ਦਾ 57 ਸਾਲ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਪ੍ਰਬੰਧ ਤੇ ਕਬਜ਼ਾ ਰਿਹਾ। ਪੁਰਾਤਨ ਵਾਰਤਕ ਦੇ ਵਿਕਾਸ ਵਿੱਚ ਮੀਣਾ ਸੰਪਰਦਾਇ ਦਾ ਯੋਗਦਾਨ ਵਰਣਨਯੋਗ ਹੈ। ਨਿਰਮਲਾ ਪ੍ਰਣਾਲੀ। ਗੁਰੂ ਗੋਬਿੰਦ ਸਿੰਘ ਜੀ ਨੇ 5 ਸਿੱਖਾਂ ਰਾਮ ਸਿੰਘ, ਕਰਮ ਸਿੰਘ, ਗੰਡਾ ਸਿੰਘ, ਵੀਰ ਸਿੰਘ ਤੇ ਸੋਭਾ ਸਿੰਘ ਨੂੰ ਬ੍ਰਹਮਚਾਰੀ ਦੇ ਭੇਸ ਵਿੱਚ ਸੰਸਕ੍ਰਿਤ ਵਿਦਿਆ ਦੀ ਪ੍ਰਾਪਤੀ ਲਈ ਕਾਂਸ਼ੀ ਭੇਜਿਆ। ਇਹਨਾਂ ਸਿੱਖਾਂ ਨੇ ਅੱਗੋਂ ਬਹੁਤ ਸਿੱਖਾਂ ਨੂੰ ਸੰਸਕ੍ਰਿਤ ਗ੍ਰੰਥਾਂ ਦੀ ਵਿਦਿਆ ਸਿਖਾਈ ਤੇ ਇਸ ਤਰ੍ਹਾਂ ਨਿਰਮਲਾ ਪੰਥ ਹੀ ਬਣ ਗਿਆ, ਜੋ ਸਿੱਖ ਪੰਥ ਦਾ ਇੱਕ ਅੰਗ ਹੈ। ਭਾਈ ਸੰਤੋਖ ਸਿੰਘ ਤੇ ਪੰਡਤ ਤਾਰਾ ਸਿੰਘ ਨਰੋਤਮ ਇਸੇ ਸ਼੍ਰੇਣੀ ਦੇ ਵਿਦਵਾਨ ਹੋਏ ਹਨ। ਇਸ ਨੂੰ ਨਿਰਮਲਾ ਪ੍ਰਣਾਲੀ ਕਹਿੰਦੇ ਹਨ। ਭਾਈ ਸੰਤੋਖ ਸਿੰਘ ਜੀ। ਭਾਈ ਸੰਤੋਖ ਸਿੰਘ ਜੀ ਦੀ ਪ੍ਰਸਿੱਧੀ ਦਾ ਆਧਾਰ ਤਾਂ ਗੁਰਪ੍ਰਤਾਪ ਸੂਰਜ ਗ੍ਰੰਥ ਹੀ ਹੈ। ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਕਾਰਨ ਆਪ ਦੀ ਵਿਦਵਤਾ ਤੇ ਕਾਵ ਕਲਾ ਦੀ ਤਾਂਕ ਬੈਠ ਗਈ। ਆਪ ਨੂੰ ਕੈਥਲ ਰਿਆਸਤ ਦਾ ਰਾਜ ਕਵੀ ਨਿਯੁਕਤ ਕੀਤਾ ਗਿਆ। ਉਹਨਾਂ ਦੀ ਟੀਕਾਕਾਰੀ ਨੂੰ ਵਿਸ਼ੇਸ਼ ਦੇਣ ਹੈ। ਉਹਨਾਂ ਨੇ ਉਦਾਸੀ ਸਾਧੂ ਆਨੰਦ ਕਾਂਡ ਦੇ ਜਪਜੀ ਟੀਕੇ ਵਿੱਚ
ਕੁਝ ਤਰੁੱਟੀਆਂ ਅਨੁਭਵ ਕੀਤੀਆਂ ਤੇ ਉਹਨਾਂ ਦੀ ਕਮੀ ਪੂਰੀ ਕਰਨ ਲਈ ਗਰਭ ਗੰਜਨੀ ਟੀਕੇ ਦੇ ਰੂਪ ਵਿੱਚ ਯਤਨ ਕੀਤਾ। ਸ੍ਰੀ ਗੁਰੂ ਨਾਨਕ ਪ੍ਰਕਾਸ਼ ਤੋਂ ਬਾਅਦ ਬਾਕੀ 9 ਗੁਰੂ ਸਾਹਿਬਾਨ ਦਾ ਜੀਵਨ ਬਿਰਤਾਂਤ ਆਪ ਨੇ ਅਦਭੁਤ ਕਵਿਤਾ ਵਿੱਚ ਲਿਖਿਆ। ਇਸ ਗ੍ਰੰਥ ਦਾ ਨਾਮ ਗੁਰਪ੍ਰਤਾਪ ਸੂਰਜ ਗ੍ਰੰਥ ਰੱਖਿਆ। ਭਾਈ ਸੰਤੋਖ ਸਿੰਘ ਨੇ ਕਰਮ ਜਾਂ ਗਿਆਨ ਮਾਰਗ ਨੂੰ ਨਹੀਂ ਪ੍ਰਵਾਨਿਆ ਅਤੇ ਸਤਨਾਮ ਨੂੰ ਸਰਵੋਤਮ ਕਿਹਾ ਹੈ। ਗੁਰਬਾਣੀ ਨੂੰ ਸੁਤੰਤਰ ਅਧਿਕਾਰ ਤੇ ਪ੍ਰਮਾਣ ਦਾ ਰੂਪ ਮੰਨਿਆ ਹੈ। ਪੰਡਤ ਤਾਰਾ ਸਿੰਘ ਨਰੋਤਮ। ਪੰਡਤ ਤਾਰਾ ਸਿੰਘ ਨਰੋਤਮ ਜੀ ਦੀ ਟੀਕਾਕਾਰੀ ਵਿੱਚ ਆਧੁਨਿਕ ਬੌਧਿਕ ਚੇਤਨਾ ਦੀ ਝਲਕ ਹੈ। ਆਪ ਸੰਸਕ੍ਰਿਤ ਦੇ ਵੱਡੇ ਪੰਡਤ ਤੇ ਗੁਰਬਾਣੀ ਦੇ ਮਹਾਨ ਗਿਆਨੀ ਸਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੂਰੀ ਤਰ੍ਹਾਂ ਸਮਝਣ ਲਈ ਆਪ ਨੇ ਗੁਰੂ ਗਿਰਾਰਤ ਕੋਸ਼ ਤਿਆਰ ਕੀਤਾ। ਨਿਤਨੇਮ ਦੀਆਂ ਬਾਣੀਆਂ ਜਪਜੀ, ਰਹਿਰਾਸ, ਸੋਹਿਲਾ, ਸ੍ਰੀ ਰਾਗ ਸੰਪੂਰਨ ਭਗਤ ਬਾਣੀ ਦੇ ਟੀਕੇ ਕੀਤੇ। ਆਪ ਨੇ ਗੁਰਮਤਿ ਦੇ ਸਿਧਾਂਤਾਂ ਦਾ ਨਿਰਣਾ ਕਰਨ ਦਾ ਸੰਕਲਪ ਕੀਤਾ ਤੇ ਗੁਰਮਤਿ ਨਿਰਣੈ ਸਾਗਰ ਨਾਂ ਦਾ ਗ੍ਰੰਥ ਰਚਿਆ। ਆਪ ਨੇ ਗੁਰ ਇਤਿਹਾਸ ਦੀ ਮੌਲਿਕ ਖੋਜ ਕੀਤੀ ਤੇ ਗੁਰੂ ਵੰਸ਼ ਤਰ ਦਰਪਣ ਤੇ ਗੁਰਤੀਰਥ ਸੰਗ੍ਰਹਿ ਨਾਂ ਦੀਆਂ ਖੋਜ ਪੁਸਤਕਾਂ ਰਚੀਆਂ। ਗਿਆਨੀ ਪ੍ਰਣਾਲੀ। ਭਾਈ ਮਨੀ ਸਿੰਘ ਜੀ ਤੇ ਹੋਰ ਸਿੱਖਾਂ ਨੇ ਬਾਣੀ ਦੇ ਅਰਥ ਗੁਰੂ ਗੋਬਿੰਦ ਸਿੰਘ ਜੀ ਦੇ ਮੁਖਾਰਬਿੰਦ ਤੋਂ ਸੁਣੇ ਸਨ। ਅੱਗੋਂ ਭਾਈ ਮਨੀ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥ ਸੰਗਤਾਂ ਨੂੰ ਸੁਣਾਏ। ਇਸ ਤਰ੍ਹਾਂ ਇਹਨਾਂ ਅਰਥਾਂ ਦੀ ਟਕਸਾਲ ਬਣ ਗਈ, ਜਿਸ ਨੂੰ ਗਿਆਨੀ ਟਕਸਾਲ ਕਹਿਣ ਲੱਗੇ। ਗਿਆਨੀਆਂ ਨੇ ਸੰਤ ਗੱਦੀਆਂ ਤੋਰ ਲਈਆਂ ਹਨ, ਜੋ ਕਿਸੇ ਹੱਦ ਤੀਕ ਵਿਅਕਤੀ ਪੂਜਾ ਵਿੱਚ ਪ੍ਰਵੇਸ਼ ਕਰ ਰਹੀਆਂ ਹਨ, ਪਰ ਆਮ ਗਿਆਨੀ ਗੁਰਮਤਿ ਪ੍ਰਚਾਰ ਨੂੰ ਹੀ ਪ੍ਰਮੁਖਤਾ ਦਿੰਦੇ ਹਨ। ਗਿਆਨੀ ਟਕਸਾਲ ਦੇ ਵਿਦਵਾਨ। ਭਾਈ ਮਨੀ ਸਿੰਘ ਜੀ ਦੀ ਸਾਹਿਤਕ ਸੇਵਾ ਵਿੱਚ ਪੋਥੀਆਂ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਲਿਖਾਈ, ਦਮਦਮੀ ਬੀੜ ਦਾ ਸੰਪਾਦਨ, ਸਾਖੀਆਂ ਦੀ ਰਚਨਾ, ਦਸਮ ਗ੍ਰੰਥ ਦਾ ਸੰਪਾਦਨ ਤੇ ਫੁਟਕਲ ਰਚਨਾ ਸ਼ਾਮਲ ਹਨ। ਗਿਆਨੀ ਗਰਜਾ ਸਿੰਘ ਦੀ ਖੋਜ ਅਨੁਸਾਰ ਭਾਈ ਮਨੀ ਸਿੰਘ ਜੀ ਦੀਆਂ 2 ਰਚਨਾਵਾਂ ਗਿਆਨ ਰਤਨਾਵਲੀ ਤੇ ਭਗਤ ਰਤਨਾਵਲੀ ਮੰਨੀਆਂ ਜਾਂਦੀਆਂ ਹਨ। ਕੁਝ ਇੱਕ ਟੀਕੇ ਵੀ ਉਹਨਾਂ ਦੇ ਨਾਮ ਨਾਲ ਸੰਬੰਧਿਤ ਹਨ। ਭਾਈ ਮਨੀ ਸਿੰਘ ਦੇ ਨਾਮ ਹੇਠ ਕਿਸੇ ਨੇ ਸ੍ਰੀ ਗੁਰੂ ਸ਼ਬਦ ਸਿੱਧੀ ਅਰਥਾਤ ਸ਼ਰਧਾ ਪੂਰਨ ਤੇ ਜਪਜੀ ਸਾਹਿਬ ਦਾ ਟੀਕਾ ਲਿਖ ਕੇ ਆਪਣੀ ਰਚਨਾ ਨੂੰ ਹਰਮਨ ਪਿਆਰਾ ਬਣਾਉਣ ਦੀ ਕੋਸ਼ਿਸ਼ ਕੀਤੀ। ਇਹਨਾਂ ਪੁਸਤਕਾਂ ਵਿੱਚ ਮੰਤਰਾਂ, ਜੰਤਰਾਂ ਤੇ ਟੂਣਿਆਂ ਵਿੱਚ ਵਿਸ਼ਵਾਸ ਰੱਖਣ ਤੇ ਜ਼ੋਰ ਦਿੱਤਾ ਹੈ, ਜੋ ਕਦੇ ਵੀ ਭਾਈ ਮਨੀ ਸਿੰਘ ਜੀ ਨਹੀਂ ਸਨ ਲਿਖ ਸਕਦੇ। ਗੁਰਬਾਣੀ ਵਿੱਚ ਨਾਮ ਰੂਪੀ ਮੰਤਰ ਦਾ ਜਾਪ ਤਾਂ ਬੜੀ ਉੱਚੀ ਤੇ ਦੁਰਲੱਭ ਵਸਤੂ ਹੈ, ਪਰ ਜਦੋਂ ਮੰਤਰਾਂ, ਤੰਤਰਾਂ, ਟੂਣਿਆਂ ਦੀ ਤਰ੍ਹਾਂ ਨਾਮ ਨੂੰ ਸੰਸਾਰਿਕ ਇਛਾਵਾਂ ਦੇ ਪੂਰਾ ਕਰਨ ਲਈ ਵਰਤਿਆ ਜਾਏ ਤਾਂ ਇਸ ਨੂੰ ਬੜਾ ਨੀਚ ਕਰਮ ਸਮਝਿਆ ਜਾਂਦਾ ਹੈ। ਇਸ ਪ੍ਰਣਾਲੀ ਦੇ ਅਨੁਸਾਰੀ ਕਈ ਹੋਏ ਹਨ, ਪਰ ਲਿਖਤੀ ਰੂਪ ਵਿੱਚ ਉਹਨਾਂ ਟੀਕੇ, ਪਾਸ਼ ਆਦਿ ਨਹੀਂ ਰਚੇ। ਕਥਾਵਾਚਕ ਹੋਏ ਹਨ, ਗ੍ਰੰਥੀ ਹੋਏ ਹਨ, ਪ੍ਰਚਾਰਕ ਤੇ ਵਕਤਾ ਰਹੇ ਹਨ। ਗਿਆਨੀ ਬਦਨ ਸਿੰਘ ਜੀ ਸੇਖਵਾਂ। ਡਾਕਟਰ ਟਰੰਪ ਦੇ ਅਨੁਵਾਦ ਨਾਲ ਹੋਏ ਪ੍ਰਤੀਕਰਮ ਨੂੰ ਦੇਖਣ ਵਜੋਂ ਗਿਆਨੀ ਬਦਨ ਸਿੰਘ ਜੀ ਨੇ ਦ੍ਰਿੜ ਕੀਤਾ ਕਿ ਗੁਰਬਾਣੀ ਦੇ ਅਰਥ ਕੇਵਲ ਵਿਦਿਆ ਦੀ ਚਾਤਰੀ ਨਾਲ ਨਹੀਂ ਹੋ ਸਕਦੇ, ਸਗੋਂ ਇਸ ਕੰਮ ਲਈ ਅਨੁਭਵ ਦੀ ਲੋੜ ਹੈ। ਜੀਵਾਂ ਦੇ ਅੰਤःਕਰਣ ਸ਼ੁੱਧ ਨਾ ਹੋਣ ਕਰਕੇ ਗੁਰੂ ਆਸ਼ੇ ਨੂੰ ਅਨੁਭਵ ਕਰਨਾ ਹੋਰ ਵੀ ਕਠਿਨ ਹੈ। ਗਿਆਨੀ ਜੀ ਨੇ ਆਮ ਕਰਕੇ ਬੜੇ ਸੰਖੇਪ ਰੂਪ ਵਿੱਚ ਉਥਾਨਕਾਵਾਂ ਦਿੱਤੀਆਂ ਹਨ। ਉਹਨਾਂ ਨੇ ਆਮ ਕਰਕੇ ਇੱਕ ਤੁਕ ਦਾ ਇੱਕੋ ਅਰਥ ਹੀ ਕੀਤਾ ਹੈ। ਫਰੀਦਕੋਟੀ ਟੀਕੇ ਦੀ ਬੋਲੀ ਸਰਲ ਪੰਜਾਬੀ ਹੈ, ਜਿਸ ਵਿੱਚ ਸਾਤ ਵਾਕਾਂ ਦਾ ਮਿਸ਼ਰਣ ਹੈ। ਸ਼ੈਲੀ ਵੀ ਸਰਲ, ਸਪਸ਼ਟ ਤੇ ਸਿੱਧੀ ਸਾਦੀ ਹੈ। ਸੰਤ ਅਮੀਰ ਸਿੰਘ ਜੀ ਸੇਵਾ ਪੰਥੀ। ਸੰਤ ਅਮੀਰ ਸਿੰਘ ਜੀ ਨੇ ਆਪਣਾ ਡੇਰਾ ਅੰਮ੍ਰਿਤਸਰ ਦੀ ਮਾਈ ਸੱਤੋ ਦੀ ਗਲੀ ਵਿਖੇ ਥਾਪਿਆ ਅਤੇ ਇੱਥੇ ਹੀ 60 ਸਾਲ 1894 ਤੋਂ 1954 ਤੀਕ
ਆਪ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਕਰਦੇ ਰਹੇ। ਆਪ ਦੇ ਵਿਦਿਆਰਥੀਆਂ ਦੀ ਗਿਣਤੀ ਬਹੁਤ ਭਾਰੀ ਹੈ। ਅੱਜ ਕੱਲ੍ਹ ਦੇ ਬਹੁਤੇ ਗ੍ਰੰਥੀ ਸਾਹਿਬਾਨ ਤੇ ਕਥਾਕਾਰ ਆਪ ਜੀ ਦੀ ਜਾਂ ਗਿਆਨੀ ਗੁਰਬਚਨ ਸਿੰਘ ਜੀ ਭਿੰਡਰਾਂ ਦੀ ਟਕਸਾਲ ਦੇ ਹੀ ਪੜ੍ਹੇ ਹੋਏ ਹਨ। ਸੰਤ ਅਮੀਰ ਸਿੰਘ ਨੇ ਆਪ ਲਿਖਤੀ ਰੂਪ ਵਿੱਚ ਕੋਈ ਸਟੀਕ ਪ੍ਰਕਾਸ਼ਿਤ ਨਹੀਂ ਕੀਤੀ ਸੀ। ਆਪ ਮੌਖਿਕ ਰੂਪ ਵਿੱਚ ਹੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥ ਸੁਣਾਉਂਦੇ ਰਹੇ ਹਨ। ਆਪ ਨੇ 1954 ਈਸਵੀ ਵਿੱਚ ਅਕਾਲ ਚਲਾਣੇ ਸਮੇਂ ਗੱਦੀ ਸੰਤ ਕਿਰਪਾਲ ਸਿੰਘ ਨੂੰ ਦਿੱਤੀ। ਉਹਨਾਂ ਨੇ ਸੰਤ ਜੀ ਤੋਂ ਸੁਣੇ ਅਰਥ ਸ੍ਰੀ ਅਮੀਰ ਭੰਡਾਰ ਨਾਮੀ ਪੁਸਤਕ ਦੇ ਰੂਪ ਵਿੱਚ ਪ੍ਰਕਾਸ਼ਿਤ ਕੀਤੇ ਹਨ। ਸੰਤ ਅਮੀਰ ਸਿੰਘ ਜੀ ਇੱਕ ਲਫ਼ਜ਼ ਦੇ ਤੇ ਤੁਕ ਦੇ ਕਈ ਅਰਥ ਕਰਦੇ ਸਨ। ਸੰਤ ਜੀ ਨੇ ਟੀਕੇ ਵਿੱਚ ਗੁਰਮਤਿ ਸਿਧਾਂਤਾਂ ਦੀ ਬਹੁਤੀ ਵਿਆਖਿਆ ਨਹੀਂ ਕੀਤੀ। ਉਹਨਾਂ ਨੂੰ ਗੁਰਬਾਣੀ ਵਿਆਕਰਨ ਦੀ ਬਹੁਤੀ ਸੋਝੀ ਨਹੀਂ ਸੀ। ਭਾਈ ਜੋਤ ਸਿੰਘ ਜੀ ਭਾਈ ਜੋਤ ਸਿੰਘ ਜੀ 1936 ਤੋਂ 1952 ਤੱਕ ਖਾਲਸਾ ਕਾਲਜ ਅੰਮ੍ਰਿਤਸਰ ਦੇ ਪ੍ਰਿੰਸੀਪਲ ਰਹੇ ਹਨ। ਆਪ ਨੇ ਗੁਰਬਾਣੀ ਦਾ ਬੋਧ ਸੰਪਰਦਾਇ ਗਿਆਨੀਆਂ ਪਾਸੋਂ ਪ੍ਰਾਪਤ ਕੀਤਾ, ਪਰ ਆਪ ਨੂੰ ਕਾਲਜ ਦੀ ਵਿਦਿਆ ਸਮੇਂ ਤਰਕ, ਭਾਵ ਲੌਜਿਕ ਤੇ ਫਿਲਾਸਫੀ ਦਾ ਅਧਿਐਨ ਕਰਨ ਦਾ ਅਵਸਰ ਬਣਿਆ, ਜਿਸ ਨੇ ਆਪ ਦੀ ਸੋਚਣੀ ਤੇ ਸ਼ੈਲੀ ਨੂੰ ਬਹੁਤ ਪ੍ਰਭਾਵਿਤ ਕੀਤਾ। ਆਪ ਨੇ ਉਥਾਨਕਾਵਾਂ, ਇੱਕ ਸ਼ਬਦ ਜਾਂ ਤੁਕ ਦੇ ਬਹੁਤ ਅਰਥ ਦੇਣਾ, ਪ੍ਰਮਾਣਾਂ ਦੀ ਪਰਮਾਰ ਕਰਨਾ ਆਦਿ ਰੁਚੀਆਂ ਦਾ ਤਿਆਗ ਕਰਕੇ ਕੇਵਲ ਸ਼ਬਦੀ ਅਰਥ ਸਰਲ ਤੇ ਸੰਖੇਪ ਰੂਪ ਵਿੱਚ ਦੇਣ ਦੀ ਪਰਪਾਟੀ ਚਲਾਈ। ਜਪਜੀ ਸਟੀਕ ਵਿੱਚ ਆਪ ਨੇ ਦਾਅਵਾ ਕੀਤਾ ਹੈ ਕਿ ਇਹ ਇੱਕ ਨਵੀਂ ਤਰ੍ਹਾਂ ਦਾ ਟੀਕਾ ਹੈ। ਜਿਨ੍ਹਾਂ ਅਸੂਲਾਂ ਦੀ ਜਪਜੀ ਸਾਹਿਬ ਵਿੱਚ ਸਿੱਖਿਆ ਦਿੱਤੀ ਗਈ ਹੈ, ਉਹ ਸਾਫ਼ ਦੱਸੇ ਜਾਣੇ ਚਾਹੀਦੇ ਹਨ। ਗੁਰਮਤਿ ਨੂੰ ਸਮਝਣ ਲਈ ਗੁਰਮਤਿ ਨਿਰਣੈ ਆਪ ਜੀ ਦੀ ਇੱਕ ਅਮੋਲਕ ਪੁਸਤਕ ਬਣ ਗਈ ਹੈ। ਇਸ ਵਿੱਚ ਥਾਂ-ਥਾਂ ਪੱਛਮੀ ਵਿਗਿਆਨਕ ਸੂਝ ਦਾ ਆਸਰਾ ਲਿਆ ਗਿਆ ਹੈ। ਸਿੰਘ ਸਭਾਈ ਪ੍ਰਣਾਲੀ। ਪੰਜਾਬ ਵਿੱਚ ਅੰਗਰੇਜ਼ੀ ਰਾਜ ਦੇ ਸਥਾਪਿਤ ਹੋਣ ਕਰਕੇ ਸਿੱਖੀ ਜੀਵਨ ਵਿੱਚ ਕਈ ਪਰਿਵਰਤਨ ਆਏ। ਸਿੰਘ ਸਭਾ ਲਹਿਰ, ਗੁਰਦੁਆਰਾ ਸੁਧਾਰ ਲਹਿਰ ਤੇ ਅਕਾਲੀ ਲਹਿਰਾਂ ਨਾਲ ਸਿੱਖੀ ਵਿਚਾਰਧਾਰਾ ਵੀ ਬਦਲੀ। ਇਸ ਨਾਲ ਸਿੱਖਾਂ ਵਿੱਚ ਆਪਣੀ ਧਾਰਮਿਕ, ਰਾਜਸੀ ਤੇ ਸਮਾਜਿਕ ਹਸਤੀ ਕਾਇਮ ਕਰਨ ਦਾ ਵਿਚਾਰ ਦ੍ਰਿੜ ਹੋਇਆ। ਉਹਨਾਂ ਬ੍ਰਾਹਮਣੀ ਤੀਰਥਾਂ, ਵਰਤਾਂ, ਪੂਜਾ ਢੰਗਾਂ, ਵਿਆਹ ਸ਼ਾਦੀਆਂ ਦੀਆਂ ਰਸਮਾਂ, ਸਰਾਧਾਂ, ਸ਼ਗਨਾਂ ਦਾ ਤਿਆਗ ਕੀਤਾ ਅਤੇ ਗੁਰਬਾਣੀ, ਰਹਿਤ ਮਰਿਆਦਾ, ਆਨੰਦ ਕਾਰਜ ਰੀਤੀ, ਨਿਤਨੇਮ ਤੇ ਖਾਲਸੀ ਸਰੂਪ ਨੂੰ ਅਪਣਾਇਆ। ਉਹਨਾਂ ਨੇ ਸਪਸ਼ਟ ਕਿਹਾ, ਹਮ ਹਿੰਦੂ ਨਹੀਂ ਹੈ। ਗੁਰਬਾਣੀ ਅਤੇ ਗੁਰਮਤਿ ਵਿਆਖਿਆ ਦਾ ਬਹੁਤਾ ਕੰਮ ਭਾਈ ਵੀਰ ਸਿੰਘ, ਸੰਤ ਤੇਜਾ ਸਿੰਘ, ਪ੍ਰੋਫੈਸਰ ਸਾਹਿਬ ਸਿੰਘ ਤੇ ਪ੍ਰੋਫੈਸਰ ਗੰਗਾ ਸਿੰਘ ਆਦਿ ਨੇ ਕੀਤਾ। ਇਸ ਪ੍ਰਣਾਲੀ ਨੂੰ ਸਿੰਘ ਸਭਾਈ ਪ੍ਰਣਾਲੀ ਕਿਹਾ ਗਿਆ ਹੈ। ਸਿੰਘ ਸਭਾਈ ਪ੍ਰਣਾਲੀ ਦੇ ਵਿਦਵਾਨ ਭਾਈ ਵੀਰ ਸਿੰਘ ਜੀ ਨੇ ਸਿੰਘ ਸਭਾ ਲਹਿਰ ਦੇ ਮੋਢੀ ਹੋਣ ਦੇ ਰੂਪ ਵਿੱਚ ਸਿੱਖ ਕੌਮ ਦੀ ਜੋ ਵਿਸ਼ੇਸ਼ ਸੇਵਾ ਕੀਤੀ ਤੇ ਫਿਰ ਚੀਫ ਖਾਲਸਾ ਦੀਵਾਨ ਦੇ ਆਗੂ ਬਣ ਕੇ ਜੋ ਗੁਰੂ ਨਾਨਕ ਦੇਵ ਜੀ ਦੀ ਬਾਣੀ ਨੂੰ ਪ੍ਰਫੁੱਲਤ ਕੀਤਾ, ਉਹ ਗੁਰੂ ਪੰਥ ਦੇ ਇਤਿਹਾਸ ਵਿੱਚ ਸਦਾ ਸਤਿਕਾਰ ਭਰੀ ਯਾਦਗਾਰ ਰਹੇਗੀ। ਭਾਈ ਵੀਰ ਸਿੰਘ ਜੀ ਦੀ ਪੁਸਤਕ ਸ੍ਰੀ ਗੁਰੂ ਨਾਨਕ ਚਮਤਕਾਰ ਦੀ ਬੋਲੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਟੀਕਾ ਹੈ। ਇਸੇ ਤਰ੍ਹਾਂ ਸ੍ਰੀ ਕਲਗੀਧਰ ਚਮਤਕਾਰ ਪੁਸਤਕ ਦਸਾਂ ਗੁਰੂ ਸਾਹਿਬਾਨਾਂ ਦੀ ਸਿੱਖਿਆ ਦਾ ਇਤਿਹਾਸ ਦੀ ਬੋਲੀ ਵਿੱਚ ਅਨੁਵਾਦ ਹੈ। ਭਾਈ ਵੀਰ ਸਿੰਘ ਜੀ ਨੇ 1926 ਵਿੱਚ ਗੁਰਪ੍ਰਤਾਪ ਸੂਰਜ ਗ੍ਰੰਥ ਸੰਪਾਦਨਾ, 1927 ਵਿੱਚ ਗੁਰੂ ਗ੍ਰੰਥ ਕੋਸ਼, 1951 ਵਿੱਚ ਅਸ਼ਟ ਗੁਰੂ ਚਮਤਕਾਰ ਪੁਸਤਕਾਂ ਲਿਖੀਆਂ। ਭਾਈ ਵੀਰ ਸਿੰਘ ਜੀ ਦੀ ਰਚਨਾਤਮਕ ਪ੍ਰਤਿਭਾ ਦੁਆਰਾ ਗੁਰਬਾਣੀ ਦੀ ਟੀਕਾਕਾਰੀ, ਵਿਆਖਿਆਕਾਰੀ ਤੇ ਸਿਧਾਂਤ ਨਿਰਣੈ ਨੇ ਆਧੁਨਿਕਤਾ ਵਿੱਚ ਪ੍ਰਵੇਸ਼ ਕੀਤਾ। ਪੰਜ ਗ੍ਰੰਥੀ ਦਾ ਟੀਕਾ ਤਾਂ ਆਪ ਨੇ ਸਾਹਿਤਕ ਜੀਵਨ ਦੇ ਆਰੰਭ ਵਿੱਚ ਹੀ ਕਰ ਦਿੱਤਾ ਸੀ। ਹੋਰ ਟੀਕੇ ਵੀ ਖਾਲਸਾ ਟਰੈਕਟ ਸੁਸਾਇਟੀ ਲਈ ਕਰਦੇ ਰਹੇ, ਪਰ
ਸੰਥਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਪ ਇਸ ਪੱਖ ਵਿੱਚ ਸਿਖਰ ਨੂੰ ਪਹੁੰਚੇ ਹਨ। ਆਪ ਦੇ ਭਰਾ ਡਾਕਟਰ ਬਲਬੀਰ ਸਿੰਘ ਜੀ ਨੇ ਸੰਥਿਆ ਖਰੜੇ ਨੂੰ ਸੰਪਾਦਿਤ ਕਰਕੇ ਸੋਰਠ ਰਾਗ ਦੀ 7 ਪੋਥੀਆਂ ਛਪਵਾ ਦਿੱਤੀਆਂ ਸਨ। ਪ੍ਰਿੰਸੀਪਲ ਤੇਜਾ ਸਿੰਘ ਜੀ ਨੇ ਜਪਜੀ ਤੇ ਆਸਾ ਦੀ ਵਾਰ ਦੇ ਟੀਕਿਆਂ ਨਾਲ ਟੀਕਾਕਾਰੀ ਦਾ ਕੰਮ ਆਰੰਭ ਕੀਤਾ। ਇਹਨਾਂ ਬਾਣੀਆਂ ਦੇ ਵਿਆਖਿਆ ਸਹਿਤ ਅੰਗਰੇਜ਼ੀ ਅਨੁਵਾਦ ਵੀ ਕੀਤੇ। ਆਪ ਨੇ ਗੁਰੂ ਗ੍ਰੰਥ ਸ਼ਬਦਾਰਥ 4 ਜਿਲਦਾਂ ਵਿੱਚ ਦਿੱਤਾ। ਸ਼ਬਦਾਰਥ ਕੇਵਲ ਸ਼ਬਦੀ ਅਰਥ ਜਾਂ ਪਦਾਰਥ ਹੀ ਨਹੀਂ ਪੇਸ਼ ਕਰਦਾ, ਸਗੋਂ ਹਜ਼ਾਰਾਂ ਕਠਨ ਪਦਿਆਂ ਅਸ਼ਟਪਦੀਆਂ ਆਪ ਦੇ ਕੇਂਦਰੀ ਖਿਆਲ, ਭਾਵ ਤੇ ਭਾਵ ਅਰਥ ਵੀ ਦਿੰਦਾ ਹੈ। ਆਪ ਦੀ ਟੀਕਾਕਾਰੀ ਤੇ ਵਿਆਖਿਆ ਦਾ ਪਹਿਲਾ ਗੁਣ ਆਧੁਨਿਕਤਾ ਹੈ। ਆਪ ਪਹਿਲਾਂ ਗੁਰਬਾਣੀ ਦਾ ਸਾਹਿਤਕ ਰਸ ਮੰਨਦੇ ਹਨ ਅਤੇ ਫਿਰ ਉਸ ਦੀ ਵਿਆਖਿਆ ਕਰਦੇ ਹਨ। ਗੁਰੂ ਗ੍ਰੰਥ ਦੀਆਂ ਸ਼ਬਦਾਤਕ ਲਗਾ ਮਾਤਰਾ ਦੇ ਗੁੱਝੇ ਭੇਦ 1925 ਵਿੱਚ ਲਿਖੇ ਗਏ। ਪ੍ਰੋਫੈਸਰ ਸਾਹਿਬ ਸਿੰਘ ਜੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ ਪ੍ਰੋਫੈਸਰ ਸਾਹਿਬ ਸਿੰਘ ਜੀ ਦੀ ਮਹਾਨ ਰਚਨਾ ਹੈ। ਨੱਥੂ ਰਾਮ ਤੋਂ ਬਣੇ ਪ੍ਰੋਫੈਸਰ ਸਾਹਿਬ ਸਿੰਘ ਜੀ ਸਿੱਖ ਪੰਥ ਦੇ ਮਹਾਨ ਵਿਦਵਾਨ ਸਨ। ਗੁਰਬਾਣੀ ਦੇ ਅਰਥਾਂ ਬਾਰੇ ਵਿਆਕਰਣ ਅਨੁਸਾਰ ਜੋ ਸੇਧ ਸਿੱਖ ਸੰਗਤਾਂ ਨੂੰ ਆਪ ਜੀ ਨੇ ਦਿੱਤੀ ਹੈ, ਉਸ ਦਾ ਸਾਨੀ ਹੋਰ ਮਿਲਣਾ ਅਸੰਭਵ ਹੈ। ਆਪ ਨੇ ਗੁਰਬਾਣੀ ਵਿਆਕਰਣ 1932 ਵਿੱਚ ਰਚਿਆ। ਆਪ ਜੀ ਨੇ ਗੁਰਬਾਣੀ ਦੇ ਇਤਿਹਾਸ ਸੰਬੰਧੀ 30 ਦੇ ਕਰੀਬ ਗੁਰਮਤਿ ਦੀਆਂ ਭਰਪੂਰ ਪੁਸਤਕਾਂ ਲਿਖੀਆਂ। ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਵਿਆਕਰਣ ਅਨੁਸਾਰ ਟੀਕਾ ਕਰਕੇ ਵਿਦਵਾਨਾਂ ਦੀਆਂ ਔਕੜਾਂ ਨੂੰ ਸਦਾ ਲਈ ਹੱਲ ਕਰ ਦਿੱਤਾ। ਆਪ ਜੀ ਦੀ ਇਹ ਧਾਰਨਾ ਹੈ ਕਿ ਗੁਰਬਾਣੀ ਜਾਂ ਭਗਤ ਬਾਣੀ ਵਿੱਚ ਕਿਤੇ ਸਵੈ ਵਿਰੋਧ ਨਹੀਂ ਅਤੇ ਇਹਨਾਂ ਦੋਹਾਂ ਵਿੱਚ ਪਰਸਪਰ ਵਿਰੋਧ ਵੀ ਨਹੀਂ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਪੂਰਨ ਤੇ ਅਪੁੱਲ ਗੁਰੂ ਹੈ, ਜੋ ਜੀਵਨ ਲਈ ਸਪਸ਼ਟ ਤੇ ਵਿਵੇਕੀ ਅਗਵਾਈ ਕਰਦਾ ਹੈ। ਨਾ ਇੱਕ ਤੁਕ ਦੇ 2 ਅਰਥ ਹੋ ਸਕਦੇ ਹਨ ਅਤੇ ਨਾ 2 ਤੁਕਾਂ ਪਰਸਪਰ ਵਿਰੋਧੀ ਹੋ ਸਕਦੀਆਂ ਹਨ। ਪ੍ਰੋਫੈਸਰ ਗੰਗਾ ਸਿੰਘ। ਪ੍ਰੋਫੈਸਰ ਗੰਗਾ ਸਿੰਘ ਜੀ ਸ਼ਹੀਦ ਮਿਸ਼ਨਰੀ ਕਾਲਜ ਅੰਮ੍ਰਿਤਸਰ ਦੇ ਪ੍ਰਿੰਸੀਪਲ ਸਨ। ਭਾਈ ਨੰਦ ਲਾਲ ਦੀਆਂ ਗਜ਼ਲਾਂ ਦਾ ਉਹਨਾਂ 60 ਲੈਕਚਰਾਂ ਦੇ ਰੂਪ ਵਿੱਚ ਵਿਆਖਿਆਮਈ ਪੰਜਾਬੀ ਅਨੁਵਾਦ ਵੀ ਕੀਤਾ ਹੈ। ਵਿਆਖਿਆ ਸ੍ਰੀ ਜਪਜੀ ਸਾਹਿਬ ਉਹਨਾਂ ਨੇ ਅਗਸਤ 1934 ਵਿੱਚ ਪ੍ਰਕਾਸ਼ਿਤ ਕੀਤੀ। ਪਹਿਲਾਂ ਤੁਕਵਾਰ ਟੀਕਾ ਦਿੰਦੇ ਹਨ, ਫਿਰ ਭਾਵਾਰਥ ਦਿੰਦੇ ਹਨ। ਭਾਵਾਰਥ ਵਿੱਚ ਅਗਲੀ ਪਿਛਲੀ ਪੌੜੀ ਨਾਲ ਪ੍ਰਸੰਗ ਕਾਇਮ ਕਰਦੇ ਹਨ ਅਤੇ ਵਿਆਖਿਆ ਅਧੀਨ ਪੌੜੀ ਦੇ ਵਿੱਚ ਵਿਚਾਰ ਸੰਗਲੀ ਕਾਇਮ ਕਰਨ ਦਾ ਉਪਰਾਲਾ ਕਰਦੇ ਹਨ। ਆਪ ਦਾ ਕਹਿਣਾ ਹੈ ਕਿ ਗੁਰਮਤਿ ਇੱਕ ਅਮਲੀ ਜੀਵਨ ਹੈ, ਨਿਰਾ ਫਲਸਫਾ, ਤਰਕ ਸ਼ਾਸਤਰ ਨਹੀਂ। ਇਸ ਗੱਲ ਤੇ ਉਹ ਬਲ ਦਿੰਦੇ ਹਨ। ਆਧੁਨਿਕ ਪ੍ਰਣਾਲੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਪੂਰਨ ਅੰਗਰੇਜ਼ੀ ਅਨੁਵਾਦ ਡਾਕਟਰ ਗੋਪਾਲ ਸਿੰਘ ਨੇ 1960 ਈਸਵੀ ਵਿੱਚ ਤੇ ਸਰਦਾਰ ਮਨਮੋਹਨ ਸਿੰਘ ਜੀ ਨੇ 1962 ਈਸਵੀ ਵਿੱਚ ਕੀਤਾ। ਪੰਜਾਬ ਦੀਆਂ ਯੂਨੀਵਰਸਿਟੀਆਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਟੀਕਾਕਾਰੀ, ਵਿਆਖਿਆਕਾਰੀ, ਸਾਹਿਤਕਾਰੀ ਤੇ ਸਿਧਾਂਤਕ ਖੋਜ ਬਾਰੇ ਕੰਮ ਹੋ ਰਿਹਾ ਹੈ। ਇਸ ਨੂੰ ਆਧੁਨਿਕ ਪ੍ਰਣਾਲੀ ਕਹਿ ਸਕਦੇ ਹਾਂ। ਇਸ ਸਮੇਂ ਵਿੱਚ ਬਹੁਤ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਕੋਸ਼ ਵੀ ਲਿਖੇ ਗਏ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਸ਼। ਕੋਸ਼ ਵਿੱਚ ਕਿਸੇ ਸ਼ਬਦ ਦੇ ਸਾਰੇ ਅਰਥ, ਜੇ ਇੱਕ ਤੋਂ ਵਧੇਰੇ ਅਰਥਾਂ ਵਿੱਚ ਉਹ ਸ਼ਬਦ ਵਰਤਿਆ ਜਾਂਦਾ ਹੋਵੇ, ਦਿੱਤੇ ਜਾਂਦੇ ਹਨ, ਪਰ ਪਰਿਆਏ ਵਿੱਚ ਕਿਸੇ ਅੱਖਰ ਦਾ ਵਿਸ਼ੇਸ਼ ਵਰਤੋਂ ਵਾਲਾ ਢੁਕਵਾਂ ਅਰਥ ਹੀ ਦੱਸਿਆ ਜਾਂਦਾ ਹੈ। ਪਹਿਲਾ ਕੋਸ਼। ਪੰਡਿਤ ਤਾਰਾ ਸਿੰਘ ਨਰੋਤਮ ਜੀ ਨੇ ਗੁਰੂ ਗਿਰਾਰਤ ਕੋਸ਼ ਲਿਖਿਆ, ਜੋ 1895 ਈਸਵੀ ਵਿੱਚ ਪਟਿਆਲੇ ਤੋਂ ਛਪਿਆ। ਇਸ ਵਿੱਚ ਕੋਸ਼ ਦੇ ਪੂਰੇ ਨਿਯਮਾਂ ਦੀ ਪਾਲਣਾ ਕੀਤੀ ਗਈ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੋਲੀ ਦੇ ਅਧਿਐਨ ਵਿੱਚ ਇਹ ਕੋਸ਼ ਬੜਾ ਹੀ ਲਾਭਦਾਇਕ ਸਿੱਧ ਹੋ ਸਕਦਾ ਹੈ। ਯਤਨ ਕੀਤਾ ਹੈ ਕਿ ਸ਼ਬਦ ਕਿਹੜੀ ਬੋਲੀ ਦਾ ਹੈ, ਕਿਸ ਇਲਾਕੇ ਦੀ ਪੰਜਾਬੀ ਹੈ ਤੇ ਕਿਸ ਸੂਬੇ ਦੀ ਭਾਸ਼ਾ ਦਾ ਹੈ।
ਨੰਬਰ 2 ਸ੍ਰੀ ਭੀਸ਼ਨ ਦਾਸ ਉਦਾਸੀ ਜੀ ਦਾ ਕੋਸ਼ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਨ 1898 ਵਿੱਚ ਛਪਿਆ। ਇਸ ਵਿੱਚ ਸ਼ਬਦਾਂ ਨੂੰ ਅੱਖਰ ਲਗ ਕਰਮਾਂ ਅਨੁਸਾਰ ਤਰਤੀਬ ਹੈ। ਨੰਬਰ 3 ਖਾਲਸਾ ਟਰੈਕਟ ਸੁਸਾਇਟੀ ਅੰਮ੍ਰਿਤਸਰ ਦਾ ਗੁਰੂ ਗ੍ਰੰਥ ਕੋਸ਼ 1901 ਵਿੱਚ ਛਪਿਆ। ਫਿਰ ਭਾਈ ਵੀਰ ਸਿੰਘ ਜੀ ਨੇ ਸੋਧਿਆ ਤੇ 1927 ਵਿੱਚ 3 ਜਿਲਦਾਂ ਵਿੱਚ ਛਾਪਿਆ। ਨੰਬਰ 4 ਭਾਈ ਕਾਹਨ ਸਿੰਘ ਨਾਭਾ ਜੀ ਦਾ ਗੁਰ ਸ਼ਬਦ ਰਤਨਾਕਰ ਮਹਾਨ ਕੋਸ਼ ਸਨ 1930 ਵਿੱਚ ਪ੍ਰਕਾਸ਼ਿਤ ਹੋਇਆ। ਇਹ ਮੇਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਕੋਸ਼ ਨਹੀਂ, ਇਹ ਗੁਰਬਾਣੀ, ਦਸਮ ਗ੍ਰੰਥ, ਸਿੱਖ ਇਤਿਹਾਸ, ਗੁਰਦੁਆਰਿਆਂ ਆਦਿ ਬਾਰੇ ਸਿੱਖ ਸਾਹਿਤ ਤੇ ਸਿੱਖ ਧਰਮ ਦਾ ਮਹਾਨ ਕੋਸ਼ ਹੈ। ਨੰਬਰ 5 ਪ੍ਰੋਫੈਸਰ ਪਿਆਰਾ ਸਿੰਘ ਪਦਮ ਨੇ ਉੱਪਰ ਲਿਖੇ ਗੁਰੂ ਗ੍ਰੰਥ ਕੋਸ਼ਾਂ ਦੀ ਸਹਾਇਤਾ ਨਾਲ ਵਿਦਿਆਰਥੀਆਂ ਦੀ ਸਹੂਲਤ ਲਈ ਇੱਕ ਛੋਟੇ ਆਕਾਰ ਦਾ ਸਰਲ ਰੂਪ ਵਿੱਚ ਗੁਰਬਾਣੀ ਕੋਸ਼ ਤਿਆਰ ਕੀਤਾ, ਜੋ 1960 ਵਿੱਚ ਪ੍ਰਕਾਸ਼ਿਤ ਕਰਾਇਆ। ਨੰਬਰ 6 ਲਿਖਤੀ ਰੂਪ ਵਿੱਚ ਪਹਿਲੇ ਪਰਿਆਏ ਪੰਡਤ ਚੰਦਾ ਸਿੰਘ ਜੀ ਦੇ ਮੰਨੇ ਜਾਂਦੇ ਹਨ, ਜੋ 1888 ਈਸਵੀ ਵਿੱਚ ਛਪੇ। ਇਸ ਤੋਂ ਬਿਨਾਂ ਸ੍ਰੀ ਗੁਰੂ ਗ੍ਰੰਥ ਕੋਸ਼ ਸੰਪਾਦਕ ਡਾਕਟਰ ਗੁਰਚਰਨ ਸਿੰਘ, ਗਿਆਨੀ ਹਰਬੰਸ ਸਿੰਘ ਜੀ ਦੀ ਗੁਰੂ ਗ੍ਰੰਥ ਸਾਹਿਬ ਸਟੀਕ ਤੇ ਗੁਰਬਾਣੀ ਸੀਡੀ ਬਣਾਉਣ ਵਾਲੇ ਡਾਕਟਰ ਕੁਲਬੀਰ ਸਿੰਘ ਥਿੰਦ ਜੀ ਦਾ ਕੰਮ ਵੀ ਬੜਾ ਸ਼ਲਾਘਾਯੋਗ ਹੈ। ਆਖਰੀ ਸਲਾਈਡ ਗੁਰਬਾਣੀ ਦੀਆਂ ਵਿਆਖਿਆ ਪ੍ਰਣਾਲੀ ਦਾ ਸਰਵੇਖਣ। ਗੁਰਬਾਣੀ ਵਿਆਖਿਆ ਪ੍ਰਣਾਲੀ ਦੇ ਸਰਵੇਖਣ ਤੋਂ ਪਤਾ ਲੱਗਦਾ ਹੈ ਕਿ ਗੁਰਬਾਣੀ ਦੀ ਵਿਆਖਿਆ ਦਾ ਸਹਿਜ ਪ੍ਰਣਾਲੀ ਦਾ ਸਰੂਪ ਬੜਾ ਸਰਲ, ਸੁਖੈਨ, ਸੰਕੋਚਵਾਂ ਤੇ ਸਿੱਧਾ ਸੀ। ਜਦੋਂ ਗੁਰੂ ਸਾਹਿਬਾਨ ਆਪ ਪ੍ਰਤੱਖ ਵਿਅਕਤੀ ਸਰੂਪ ਵਿੱਚ ਮੌਜੂਦ ਸਨ, ਉਦੋਂ ਬਲ ਰਹਿਣੀ ਤੇ ਕਰਨੀ ਤੇ ਸੀ। ਉਦਾਸੀ ਪ੍ਰਣਾਲੀ, ਪਰਮਾਰਥ ਪ੍ਰਣਾਲੀ ਤੇ ਭਾਈ ਪ੍ਰਣਾਲੀ ਵਿੱਚ ਵੀ ਇਹੋ ਗੁਣ ਸਨ। ਨਿਰਮਲਾ ਪ੍ਰਣਾਲੀ ਤੇ ਸੰਪਰਦਾਇ ਪ੍ਰਣਾਲੀ ਵਿੱਚ ਟੀਕੇ ਤੇ ਗੁਰਮਤ ਵਿਆਖਿਆ ਦਾ ਸਰੂਪ ਵਿਸਥਾਰਕ, ਜਟਲ, ਗੁੰਝਲਦਾਰ ਤੇ ਕਠਿਨ ਹੋ ਗਿਆ। ਇਹਨਾਂ ਵਿੱਚ ਵਿਸ਼ੇਸ਼ ਕਰਕੇ ਨਿਰਮਲਿਆਂ ਵਿੱਚ ਵਿਦਵਤਾ ਦੀ ਪ੍ਰਦਰਸ਼ਨੀ ਤੇ ਜ਼ੋਰ ਸੀ। ਇਹ ਸਾਰੀ ਵੇਦਕ ਵਿਦਵਤਾ ਨੂੰ ਨਾਲ ਲੈ ਕੇ ਵਧ ਰਹੇ ਸਨ। ਨਿਰਮਲਾ ਪ੍ਰਣਾਲੀ ਦੇ ਵਿਦਵਾਨ ਭਾਰਤੀ ਹਿੰਦੂ ਵਿਦਵਾਨਾਂ ਪ੍ਰਤੀ ਇਹ ਸਿੱਧ ਕਰਨਾ ਚਾਹੁੰਦੇ ਸਨ ਕਿ ਸਿੱਖ ਦਰਸ਼ਨ ਤੇ ਧਰਮ ਗ੍ਰੰਥ ਹਰ ਤਰ੍ਹਾਂ ਵੇਦਾਂ ਸ਼ਾਸਤਰਾਂ ਦੇ ਤੁਲ ਹਨ। ਸੰਪਰਦਾਇ ਪ੍ਰਣਾਲੀ ਦਾ ਬਲ ਰਹਿਣੀ ਤੇ ਸੀ, ਪਰ ਇਹਨਾਂ ਦਾ ਪ੍ਰਚਾਰ ਵੀ ਆਮ ਲੋਕਾਂ ਲਈ ਸੀ, ਪਰ ਇਹ ਵੀ ਗਿਆਨੀ ਹੋਣ ਦੀ ਪ੍ਰਦਰਸ਼ਨੀ ਕਰਦੇ ਸਨ। ਇਸ ਲਈ ਇਸ ਪ੍ਰਣਾਲੀ ਵਿੱਚ ਵੀ ਜਟਲਤਾ ਆਉਂਦੀ ਗਈ। ਸਿੰਘ ਸਬਾਈ ਪ੍ਰਣਾਲੀ ਵਿੱਚ ਬਲ ਮੋੜ ਸਿੱਖੀ ਰਹਿਤ ਬਹਿਤ ਤੇ ਰਹਿਣੀ ਤੇ ਹੋ ਗਿਆ। ਆਮ ਜਨਤਾ ਵਿੱਚ ਨਵ ਜਾਗਰਤੀ ਆ ਗਈ ਸੀ। ਪੱਛਮੀ ਗਿਆਨ ਸੋਮੇ ਵੀ ਗਿਆਨ ਦੇ ਰਹੇ ਸਨ। ਇਸ ਪ੍ਰਣਾਲੀ ਦਾ ਮੁਹਾਨ ਸਪਸ਼ਟਤਾ, ਸਰਲਤਾ ਤੇ ਦ੍ਰਿੜਤਾ ਵਾਲਾ ਹੋ ਗਿਆ। ਹੁਣ ਫੇਰ ਰਹਿਣੀ ਤੇ ਕਰਨੀ ਘਟ ਰਹੇ ਹਨ ਤੇ ਨਿਰੀ ਵਿਦਵਤਾ ਦਾ ਜ਼ੋਰ ਹੈ। ਇਸ ਲਈ ਆਧੁਨਿਕ ਵਿਆਖਿਆ ਪ੍ਰਣਾਲੀਆਂ ਵਿੱਚ ਜਟਲ, ਗੁੰਝਲਦਾਰ, ਬਰੀਕ ਵਿਸ਼ਲੇਸ਼ਣ ਵੱਲ ਝੁਕਾਅ ਜ਼ਿਆਦਾ ਹੋ ਗਿਆ ਹੈ। ਗੁਰਬਾਣੀ ਵਿਆਖਿਆ ਦੀ ਆਧੁਨਿਕ ਖੋਜ ਦੀ ਬਹੁਤ ਆਸ ਕੀਤੀ ਜਾ ਸਕਦੀ ਹੈ, ਪਰ ਪੰਜਾਬੀ ਵਿੱਚ ਖੋਜ ਦਾ ਕੇਂਦਰ ਬਿੰਦੂ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਰਹੇਗਾ, ਕਿਉਂਕਿ ਪੰਜਾਬੀ ਜੀਵਨ ਤੇ ਸੱਭਿਆਚਾਰ ਇਸ ਗ੍ਰੰਥ ਤੇ ਹੀ ਆਧਾਰਿਤ ਹੈ। ਸੋ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਇਸ ਜਾਗਤ ਜੋਤ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਬਾਰੇ ਵੱਧ ਤੋਂ ਵੱਧ ਜਾਣਕਾਰੀ ਪ੍ਰਾਪਤ ਕਰਕੇ ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਜੀ ਵੀਰ ਜੀ ਫੂਲਾ ਸਿੰਘ ਜੀ। ਆਪ ਜੀ ਨੇ ਗੁਰਬਾਣੀ ਦੀਆਂ ਵਿਆਖਿਆ ਪ੍ਰਣਾਲੀਆਂ ਦੀ ਸ਼ੁਰੂ ਤੋਂ ਜੋ ਗੁਰੂ ਕਾਲ ਤੋਂ ਹੀ ਪ੍ਰਚਲਿਤ ਪ੍ਰਣਾਲੀਆਂ ਸੀ, ਉੱਥੋਂ ਲੈ ਕੇ ਮੌਜੂਦਾ ਪ੍ਰਣਾਲੀਆਂ ਤੱਕ ਸਾਨੂੰ ਸੇਧ ਬਖਸ਼ੀ ਹੈ। ਇਹ ਸਰੋਤ ਹਨ ਸਾਡੇ ਕੋਲ। ਜ਼ਰੂਰੀ ਨਹੀਂ ਹੈ ਕਿ ਸਾਰੇ ਸਰੋਤਾਂ ਦਾ ਗੁਰਮਤਿ ਦੇ ਨਾਲ ਪੂਰੇ ਮੇਲ ਖਾਂਦੇ ਹੋਣ। ਕਿਤੇ ਨਾ ਕਿਤੇ ਵਿਦਵਾਨਾਂ ਨੇ, ਇਤਿਹਾਸਕਾਰਾਂ ਨੇ ਆਪੋ ਆਪਣੇ ਵਿਚਾਰ ਵੀ ਉਹਦੇ ਵਿੱਚ ਪਾਏ ਹਨ। ਜਿਵੇਂ ਗੁਰਪ੍ਰਤਾਪ ਸੂਰਜ ਗ੍ਰੰਥ ਹੈ, ਉਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਸਾਨੂੰ ਐਸੀਆਂ ਵੀ ਮਿਲਦੀਆਂ ਹਨ ਜਿਹੜੀਆਂ ਗੁਰਬਾਣੀ ਦੀ ਕਸਵੱਟੀ ਤੇ ਪੂਰੀਆਂ ਨਹੀਂ ਉਤਰਦੀਆਂ।
ਭਾਈ ਮਨੀ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਦਸਮ ਗ੍ਰੰਥ ਦੀ ਸੰਪਾਦਨਾ ਆਪ ਨਹੀਂ ਕੀਤੀ, ਕੇਵਲ ਪੋਥੀਆਂ ਮੰਗਾਈਆਂ ਸਨ ਜਾਂ ਰਚਨਾਵਾਂ ਹੀ ਮੰਗਾਈਆਂ ਸਨ, ਜੋ ਇਕੱਠੀਆਂ ਕੀਤੀਆਂ ਗਈਆਂ। ਔਰ 1734 ਵਿੱਚ ਭਾਈ ਮਨੀ ਸਿੰਘ ਜੀ ਦੇ ਸ਼ਹੀਦੀ ਹੋਣ ਤੋਂ ਬਾਅਦ ਉਹ ਬਾਅਦ ਦੇ ਵਿੱਚ ਗ੍ਰੰਥ ਜਿਹੜਾ ਸੀ ਹੋਂਦ ਵਿੱਚ ਬਣ ਗਿਆ, ਜਾਂ ਉਹਨਾਂ ਨੂੰ ਇਕੱਠਾ ਕਰ ਦਿੱਤਾ ਗਿਆ, ਇੱਕ ਜਲਦ ਚ ਕਰ ਦਿੱਤਾ ਗਿਆ। ਉਹਦੀ ਖੋਜ ਵੀ ਪੂਰੀ ਤਰ੍ਹਾਂ ਨਹੀਂ ਹੋ ਸਕੀ ਕਿ ਕਿਹੜੀਆਂ ਰਚਨਾਵਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਦਸਵੱਟੀ ਤੇ ਉਤਰਦੀਆਂ ਹਨ ਜਾਂ ਨਹੀਂ ਉਤਰਦੀਆਂ ਹਨ। ਕਈ ਰਚਨਾਵਾਂ ਜਿਹੜੀਆਂ ਉਹਦੇ ਚ ਆ ਗਈਆਂ। ਇਸ ਮੁਤਾਬਕ ਬਹੁਤ ਹੀ ਜਾਣਕਾਰੀ ਵਧੀਆ ਸ਼ੁਰੂ ਤੋਂ ਗੁਰੂ ਕਾਲ ਤੋਂ ਲੈ ਕੇ ਮੌਜੂਦਾ ਸਮੇਂ ਤੱਕ ਜੋ ਪ੍ਰੋਫੈਸਰ ਸਾਹਿਬ ਸਿੰਘ ਜੀ ਦੇ ਗੁਰੂ ਗ੍ਰੰਥ ਸਾਹਿਬ ਦਰਪਣ ਤੱਕ ਸਾਰੀ ਵਿਚਾਰ ਸਾਡੇ ਨਾਲ ਸਾਂਝੀ ਕੀਤੀ ਹੈ ਵੀਰ ਫੂਲਾ ਸਿੰਘ ਜੀ ਨੇ। ਇਹੋ ਹੀ ਕਾਰਜ ਅੱਜ ਸਿੱਖ ਮਿਸ਼ਨਰੀ ਕਾਲਜ ਕਰ ਰਿਹਾ ਹੈ, ਜਿਹੜਾ ਗੁਰਬਾਣੀ ਦੀ ਵਿਆਖਿਆ ਪ੍ਰਣਾਲੀ ਨੂੰ ਹੋਰ ਅੱਗੇ ਲਿਜਾਣ ਦਾ ਕੰਮ ਜਿਹੜਾ ਹੈ, ਉਹਦੇ ਵਿੱਚ ਨਵੀਂ ਖੋਜ ਨਵੀਨਤਮ ਖੋਜਾਂ ਕਰਕੇ ਔਰ ਇਤਿਹਾਸ ਨੂੰ ਗੁਰਬਾਣੀ ਦੀ ਕਸਵੱਟੀ ਤੇ ਪਰਖ ਕੇ ਉਸ ਇਤਿਹਾਸ ਨੂੰ ਸੰਗਤ ਤੱਕ ਪਹੁੰਚਾਉਣ ਦਾ ਕੰਮ ਜਿਹੜਾ ਹੈ ਉਹ ਸਿੱਖ ਮਿਸ਼ਨਰੀ ਕਾਲਜ ਨੇ ਆਪ ਆਪਣੇ ਜ਼ਿੰਮੇ ਲਿਆ ਹੋਇਆ ਹੈ, ਜਿਹਦੇ ਲਗਾਤਾਰ ਤਕਰੀਬਨ 60-65 ਸਾਲ ਤੋਂ ਇਹ ਮਿਸ਼ਨਰੀ ਕਾਲਜਾਂ ਦੇ ਨਾਲ ਵੱਖਰੇ ਵੱਖਰੇ ਸੰਸਥਾਵਾਂ ਜਿਹੜੀਆਂ ਮਿਸ਼ਨਰੀ ਕਾਲਜਾਂ ਦੀਆਂ ਹਨ ਇਹ ਕੰਮ ਕਰ ਰਹੀਆਂ ਹਨ। ਤਾਂ ਮੈਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ, ਉਸ ਭਰਪੂਰ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਹੈ। ਮੈਂ ਬੇਨਤੀ ਕਰਾਂਗਾ ਕਿ ਵੀਰ ਐਮਪੀ ਸਿੰਘ ਜੀ ਨੂੰ ਕਿ ਸਾਡੇ ਨਾਲ ਸਵਾਲ ਲੈ ਲੈਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।